ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਾਈਵ ਕੱਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਵੱਖ-ਵੱਖ ਮਸਲਿਆਂ ਦਾ ਵਿਸਥਾਰ ਦੇ ਨਾਲ ਕੱਪੜ ਛਾਣ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਗੱਲਬਾਤ ਰਹੇਗੀ ਪੰਜਾਬ ਦੀ ਸਿਆਸਤ ਦੇ ਆਲੇ ਦੁਆਲੇ ਅਤੇ ਪੂਰੇ ਮੁਲਕ ਦੇ ਵਿੱਚ ਫੈਲ ਰਹੇ ਕਰੋਨਾ ਮਹਾਮਾਰੀ ਦੇ ਦੁਆਲੇ। ਕਿਸਾਨ ਜਥੇਬੰਦੀਆਂ ਨੇ ਇੱਕ ਪਾਸੇ ਵੱਡਾ ਬਿਆਨ ਦੇ ਦਿੱਤਾ ਹੈ ਕਿ ਅਸੀਂ ਕਰੋਨਾ ਟੈਸਟ ਨਹੀਂ ਕਰਾਵਾਂਗੇ, ਚੇਤਾਵਨੀ ਸਰਕਾਰ ਨੂੰ ਦੇ ਦਿੱਤੀ ਗਈ ਹੈ। ਤੇ ਨਾਲ ਹੀ ਦੂਜੇ ਪਾਸੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚੋਂ ਤਾਂ ਪੰਜਾਬ 'ਚ ਸੁਖਬੀਰ ਬਾਦਲ ਦਾ ਵਿਰੋਧ ਹੋਇਆ, ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਸੁਖਬੀਰ ਬਾਦਲ ਨੂੰ। ਉਸ ਦੇ ਉੱਤੇ ਵੀ ਗੱਲਬਾਤ ਰਹੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਆਖਰਕਾਰ ਵੈਸਟ ਬੰਗਾਲ ਦੀਆਂ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਦੇ ਉੱਤੇ ਵੀ ਗੱਲਬਾਤ ਜਿਹੜੀ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਮਸਲਿਆਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਰੁਖ ਕਰਾਂਗੇ ਜਿਸ ਤਰ੍ਹਾਂ ਸੁਖਬੀਰ ਬਾਦਲ ਦਾ ਵਿਰੋਧ ਹੋਇਆ ਪੰਜਾਬ ਦੇ ਵਿੱਚ, ਕਿਉਂਕਿ ਲਗਾਤਾਰ ਚਰਚਾਵਾਂ ਸੀ ਕਿ ਭਾਜਪਾ ਵਾਲਿਆਂ ਦਾ ਵਿਰੋਧ ਹੁੰਦਾ ਹੈ, ਪਰ ਕਾਲੀਆਂ ਝੰਡੀਆਂ ਸੁਖਬੀਰ ਬਾਦਲ ਨੂੰ ਮੁੱਲਾਪੁਰ ਦੇ ਵਿੱਚ ਵਿਖਾਈਆਂ ਗਈਆਂ। ਇਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਜਦੋਂ ਆਮ ਲੋਕ ਜਾਂ ਨੌਜਵਾਨ ਕੋਈ ਵੀ ਲੋਕ ਕਿਸੇ ਵੀ ਲੀਡਰ ਨੂੰ ਕਾਲੀ ਝੰਡੀ ਦਿਖਾਉਂਦੇ ਨੇ, ਕਿਤੇ ਨਾ ਕਿਤੇ ਲੀਡਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਆਸਤ ਤੇ ਲੋਕਾਂ ਦਾ ਯਕੀਨ ਉੱਠ ਰਿਹਾ, ਸਿਆਸਤ ਤੋਂ ਲੋਕਾਂ ਦਾ ਭਰੋਸਾ ਉੱਠ ਰਿਹਾ। ਸੁਖਬੀਰ ਬਾਦਲ ਮੁੱਲਾਪੁਰ ਮੰਡੀ 'ਚ ਜਾ ਰਹੇ ਸੀ, ਸੋ ਆਮ ਲੋਕਾਂ ਨੂੰ ਇਸ ਗੱਲ ਦਾ ਗਿਲਾ ਹੁੰਦਾ ਵੀ ਮੰਡੀਆਂ 'ਚ ਕਿਸਾਨ ਰੁਲ ਰਹੇ ਨੇ, ਤੇ ਜਦੋਂ ਕੋਈ ਵੀ ਧਿਰ ਸੱਤਾ 'ਚ ਹੁੰਦੀ ਆ ਉਦੋਂ ਨਹੀਂ ਆਉਂਦੀ। ਸੁਖਬੀਰ ਬਾਦਲ ਜਦੋਂ ਸੱਤਾ 'ਚ ਸੀ, ਕਿ ਸੁਖਬੀਰ ਬਾਦਲ ਮੰਡੀਆਂ 'ਚ ਰੁਲਦੇ ਕਿਸਾਨਾਂ ਦੀ ਗੱਲ ਸੁਣਨ ਜਾਂਦੇ ਸੀ? ਸੁਖਬੀਰ ਬਾਦਲ ਜਦੋਂ ਸੱਤਾ 'ਚ ਸੀ, ਕਿ ਧਰਨੇ ਮਾਰ ਰਹੇ ਅਧਿਆਪਕਾਂ ਦੇ ਵਿੱਚ ਆਪ ਜਾਂਦੇ ਸੀ? ਸੁਖਬੀਰ ਬਾਦਲ ਜਦੋਂ ਸੱਤਾ 'ਚ ਸੀ ਤਾਂ ਨਾਰਾਜ਼ ਵਿਦਿਆਰਥੀ ਜਦੋਂ ਪ੍ਰੋਟੈਸਟ ਕਰਦੇ ਸੀ, ਕਿ ਉਦੋਂ ਸੁਖਬੀਰ ਬਾਦਲ ਉਹਨਾਂ 'ਚ ਜਾਂਦੇ ਸੀ? ਅਸਲ 'ਚ ਇਹ ਗੱਲ ਹੁਣ ਆਮ ਲੋਕਾਂ ਨੂੰ ਸਮਝ ਆ ਗਈ ਕਿ ਕੋਈ ਵੀ ਲੀਡਰ ਨੇ ਜਦੋਂ ਸੱਤਾ 'ਚ ਨਹੀਂ ਹੁੰਦੇ, ਕਿਉਂਕਿ ਜਦੋਂ ਸੱਤਾ 'ਚ ਨਹੀਂ ਹੁੰਦੇ ਤੇ ਪ੍ਰੋਟੈਸਟ ਕਰਨ ਵਾਲੇ ਜਾਂ ਮੰਡੀਆਂ 'ਚ ਰੁਲਣ ਵਾਲੇ ਸਰਕਾਰ ਦਾ ਵਿਰੋਧ ਕਰ ਰਹੇ ਹੁੰਦੇ ਨੇ, ਉਦੋਂ ਵਿਰੋਧੀ ਧਿਰ ਦੇ ਲੀਡਰ ਆਮ ਲੋਕਾਂ 'ਚ ਆ ਜਾਂਦੇ ਵੀ ਤੁਸੀਂ ਸਰਕਾਰ ਦਾ ਵਿਰੋਧ ਕਰ ਰਹੇ ਹਾਂ, ਅਸੀਂ ਤੁਹਾਡੇ ਨਾਲ ਆ। ਇਹ ਇੱਕ ਸਿਆਸਤ ਦਾ ਢੰਗ ਹੈ। ਹੁਣ ਲੋਕ ਇਸ ਢੰਗ ਨੂੰ ਵੀ ਪਸੰਦ ਨਹੀਂ ਕਰਦੇ। ਲੋਕ ਕਹਿੰਦੇ ਜਦੋਂ ਤੁਸੀਂ ਸੱਤਾ 'ਚ ਸੀ ਉਦੋਂ ਤੁਸੀਂ ਆਉਂਦੇ ਨਹੀਂ, ਹੁਣ ਅਸੀਂ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਤੇ ਤੁਸੀਂ ਸਾਡੇ 'ਚ ਸ਼ਾਮਿਲ ਹੋ ਰਹੇ ਹੋ। ਕਿਸਾਨਾਂ ਨੇ ਵੀ ਤਾਂ ਇਹੀ ਗੱਲ ਕੀਤੀ ਨਾ। ਸਾਡੇ ਕਿਸਾਨ ਜਦੋਂ ਹੁਣ ਅੰਦੋਲਨ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਕਹਿਤਾ ਵੀ ਸਾਡੇ ਨਾਲ ਵੜਿਓ, ਵੀ ਜਦੋਂ ਤੁਸੀਂ ਸੱਤਾ 'ਚ ਸੀ ਉਦੋਂ ਤੁਸੀਂ ਕੀ ਕੀਤਾ, ਅੱਜ ਤੁਸੀਂ ਸੱਤਾ ਦਾ ਅਸੀਂ ਵਿਰੋਧ ਕਰ ਰਹੇ ਹੋ ਤੇ ਸਾਡੇ ਨਾਲ ਸ਼ਾਮਿਲ ਹੋ ਰਹੇ ਹੋ। ਸੋ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਕਾਲੀਆਂ ਝੰਡੀਆਂ ਦਿਖਾਉਣਾ ਵਿਰੋਧ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ। ਇਹ ਪੁਰਾਣੇ ਸਮੇਂ ਤੋਂ ਇਹ ਰਿਵਾਜ ਚੱਲਦਾ ਆ ਰਿਹਾ, ਸਿਵਾਏ ਇਸ ਦੇ ਕਿ ਹਿੰਸਾ ਕੀਤੀ ਜਾਵੇ ਜਾਂ ਜ਼ੋਰ ਜ਼ਬਰਦਸਤੀ ਕੀਤੀ ਜਾਵੇ। ਸੋ ਕਾਲੀਆਂ ਝੰਡੀਆਂ ਸੁਖਬੀਰ ਬਾਦਲ ਨੂੰ ਦਿਖਾਈਆਂ ਨੇ। ਟੋਲ ਪਲਾਜ਼ਾ ਤੇ ਨੌਜਵਾਨ ਮੇਰੇ ਖਿਆਲ ਇਕੱਠੇ ਹੋਏ ਸੀ ਜੀ। ਸੋ ਮੁੱਲਾਪੁਰ ਲਾਗੇ ਇਹ ਵਿਰੋਧ ਹੈ ਜਿਹੜਾ, ਇਹ ਮੁੱਲਾਪੁਰ ਮੰਡੀ ਪਹੁੰਚਣ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਹੋਇਆ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ। ਸੋ ਇਹ ਵਿਰੋਧ ਹੋਇਆ। ਕਿਉਂ ਵਿਰੋਧ ਹੋ ਰਿਹਾ ਜੀ? ਕਿਉਂ ਖੜੇ ਹੋ ਤੁਸੀਂ ਇੱਥੇ? ਵਿਰੋਧ ਜੀ ਦੇਖੋ, ਪਤਾ ਲੱਗਿਆ ਸੁਖਬੀਰ ਸਿੰਘ ਬਾਦਲ ਸਾਡੇ ਹਲਕੇ ਦਾਖੇ ਤੇ ਮੁੱਲਾਪੁਰ ਆ ਰਹੇ ਨੇ ਜੀ। ਪਹਿਲਾਂ ਬੀਜੇਪੀ ਸਰਕਾਰ ਦਾ ਹਿੱਸਾ ਰਹੇ ਨੇ ਜੀ ਇਹ, ਹੁਣ ਵੀ ਇਹਨਾਂ ਦੀ ਅੰਤਰਗਤੀ ਸਾਂਝ ਹੈ ਜੀ ਉਹਨਾਂ ਦੇ ਨਾਲ। ਸਾਡੇ ਕਿਸਾਨਾਂ ਦੇ ਕਾਲੇ ਕਾਨੂੰਨ ਲਾਗੂ ਕਰਤੇ ਮੋਦੀ ਸਰਕਾਰ ਨੇ। ਅਸੀਂ ਆਹ ਪਿਛਲੇ 2.5-3-4 ਮਹੀਨੇ ਹੋ ਗਏ ਇੱਥੇ ਧਰਨੇ ਲੱਗੇ ਹੋਏ ਜੀ, ਇੱਥੇ ਬੈਠੇ ਆ, ਜਿਹੜੇ ਘਰ-ਬਾਰ ਛੱਡੀ ਬੈਠੇ ਨੇ ਸਾਰੇ, ਤੇ ਇਹ ਦਾਣਾ ਮੰਡੀਆਂ ਦੇ ਵਿੱਚ ਦੌਰੇ ਕਰਕੇ ਮਗਰਮੱਛ ਦੇ ਹੰਝੂ ਬਹਾਉਂਦੇ ਫਿਰਦੇ। ਇਹਨਾਂ ਨੂੰ ਕੀ ਲੋੜ ਆ ਜੀ? ਨਹੀਂ, ਹੁਣ ਤਾਂ ਉਹਨਾਂ ਦੇ ਜਿਹੜੇ ਅਕਾਲੀ ਦਲ ਦੇ ਮਤਲਬ ਆਗੂ ਨੇ, ਉਹ ਤਾਂ ਕਹਿੰਦੇ ਹੁਣ ਤਾਂ ਸਾਡਾ ਨਾਤਾ ਹੀ ਨਹੀਂ ਭਾਜਪਾ ਨਾਲ, ਹੁਣ ਤਾਂ ਕੋਈ ਪ੍ਰੋਬਲਮ ਨਹੀਂ। ਨਹੀਂ, ਉਹ ਤਾਂ ਜੀ ਕਹਿਣ ਦੀਆਂ ਗੱਲਾਂ ਨੇ, ਅੰਦਰਗਤੀ ਤਾਂ ਸਾਰੇ ਨਾਲ ਹੀ ਨਹੀਂ ਜੀ ਇਹ। ਸੋ ਸੁਖਬੀਰ ਬਾਦਲ ਨੇ ਵੀ ਉੱਥੇ ਬਿਆਨ ਦਿੱਤਾ ਜਾ ਕੇ। ਸੁਖਬੀਰ ਬਾਦਲ ਕਹਿੰਦਾ ਪੰਜਾਬ ਸਰਕਾਰ ਫੇਲ ਹੋਈ ਹੈ, ਨਾ ਕਣਕ ਸਾਂਭ ਸਕੀ ਹੈ, ਨਾ ਕੋਵਿਡ ਸਾਂਭ ਸਕੀ ਹੈ। ਉਂਝ ਕੋਵਿਡ ਤਾਂ ਕੇਂਦਰ ਦੀ ਸਰਕਾਰ ਵੀ ਨਹੀਂ ਸਾਂਭ ਸਕੀ, ਔਰ ਕੋਵਿਡ ਉਦੋਂ ਵੀ ਨਹੀਂ ਸੀ ਸੰਭਿਆ ਜਦੋਂ ਸੁਖਬੀਰ ਬਾਦਲ ਭਾਜਪਾ ਦਾ ਹਿੱਸਾ ਸੀ। ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਪਿਛਲੀ ਵਾਰੀ ਮੰਤਰੀ ਸੀ, ਉਦੋਂ ਵੀ ਕੋਵਿਡ ਦਾ ਜਿਹੜਾ ਕਾਫੀ ਜ਼ਿਆਦਾ ਫੈਲਾਅ ਮੁਲਕ ਦੇ ਵਿੱਚ ਹੋਇਆ ਸੀ। ਸੋ ਹੁਣ ਸੁਖਬੀਰ ਬਾਦਲ ਕਹਿੰਦੇ ਵੀ ਕੈਪਟਨ ਨਾ ਕੋਵਿਡ ਸਾਂਭ ਸਕੇ ਨਾ ਕਣਕ। ਇਹਦੇ 'ਚ ਕੋਈ ਦੋ ਰਾਏ ਨਹੀਂ। ਮੰਡੀਆਂ 'ਚ ਕਣਕ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਇਸ ਪਾਸੇ ਜ਼ਰੂਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਲੁਧਿਆਣਾ ਜ਼ਿਲ੍ਹੇ ਦੀ ਮੰਡੀ ਮੁੱਲਾਪੁਰ ਦਾਖਾ 'ਚ ਖੜਾ ਹੈ, ਜਿੱਥੇ ਮੈਂ ਕਿਸਾਨ ਨਾਲ ਗੱਲ ਕੀਤੀ ਹੈ ਤੇ ਮੈਨੂੰ ਦੱਸਿਆ ਕਿ 8-8 9-9 ਦਿਨ ਹੋ ਗਏ ਫਸਲ ਇੱਥੇ ਆਈ ਨੂੰ। ਕੋਈ ਇੱਥੇ ਅਫਸਰ ਨਹੀਂ, ਕੋਈ ਮੁਲਾਜ਼ਮ ਨਹੀਂ, ਰਾਤ ਦਿਨ ਉਹਨਾਂ ਨੂੰ ਇਕੱਠੇ ਰਕਸ਼ਾ ਆਪ ਕਰਨੀ ਪੈ ਰਹੀ ਹੈ। ਨਾ ਕੋਈ ਪੇਮੈਂਟ ਆਈ ਹੈ, ਨਾ ਬਾਰਦਾਨਾ ਹੈ, ਨਾ ਲਿਫਟਿੰਗ ਹੈ। ਜਗ੍ਹਾ ਤੁਸੀਂ ਦੇਖੋ ਸਾਰੀ ਭਰ ਗਈ ਹੈ। ਨਵੇਂ ਕਿਸਾਨ ਜੋ ਆਪਣੇ ਘਰੇ ਫਸਲ ਵੱਢੀ ਜਾਂਦੇ ਹੈ, ਉਹਨਾਂ ਨੂੰ ਮੰਡੀ ਲਿਆਉਣ ਨੂੰ ਜਗ੍ਹਾ ਹੈ ਨਹੀਂ। ਉਹ ਸਾਰੇ ਆਪਣੇ ਘਰੇ ਫਸਲ ਰੱਖੀ ਬੈਠੇ ਹੈ। ਪਹਿਲੇ ਆਹ ਚੱਕੀ ਜਾਊਗੀ, ਫਿਰ ਉਹ ਹੋ ਜੂਗੀ। ਮੌਸਮ ਖਰਾਬ ਹੈ, ਅੱਜ ਮੀਂਹ ਵੀ ਪੈ ਗਿਆ।
ਨੁਕਸਾਨ ਹੋਣ ਦਾ ਬਹੁਤ ਡਰ ਹੈ। ਕਿਸਾਨ ਡਰ ਰਿਹਾ ਕਿ ਜੇ ਕੋਈ ਨੁਕਸਾਨ ਹੋ ਗਿਆ ਤੇ ਸਰਕਾਰ ਨੇ ਕੋਈ ਮੁਆਵਜ਼ਾ ਤਾਂ ਦੇਣਾ ਨਹੀਂ, ਕੈਪਟਨ ਦਿੰਦਾ ਹੀ ਨਹੀਂ ਮੁਆਵਜ਼ਾ। ਕਿੰਨੀਆਂ ਫਸਲਾਂ ਖਰਾਬ ਹੋ ਗਈਆਂ ਪਰ ਕੈਪਟਨ ਨੇ ਮੁਆਵਜ਼ਾ ਨਹੀਂ ਦਿੱਤਾ। ਐਕਤੀ ਘੱਟ ਤੋਂ ਘੱਟ ਮਤਲਬ 15-20 ਮਣ ਕਣਕ ਘਟ ਗਈ ਹੈ, ਝਾੜ ਘਟ ਗਿਆ ਹੈ, ਪਰ ਕੈਪਟਨ ਨੂੰ ਅਮਰਿੰਦਰ ਸਿੰਘ ਨੂੰ ਕੋਈ ਫਿਕਰ ਨਹੀਂ। ਇੱਕ ਵਾਰ ਵੀ ਕਾਂਗਰਸ ਦਾ ਕੋਈ ਮੰਤਰੀ ਐਮਐਲਏ ਉਹਨਾਂ ਦੇ ਅਫਸਰ ਮੰਡੀਆਂ 'ਚ ਨਹੀਂ ਆਏ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜੇਕਰ ਰੁਖ ਅੱਗੇ ਵਧਾਈਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਜਦੋਂ ਬੀਤੇ ਦਿਨੀ ਇੱਕ ਪੋਸਟ ਪਾਉਂਦੇ ਨੇ, ਉਹ ਪੋਸਟ ਨੇ ਆਪਣਿਆਂ ਤੇ ਤਾਂ ਜ਼ਰੂਰ ਜਿਹੜੀ ਗੱਲਬਾਤ ਛੱਡੀ, ਪਰ ਵਿਰੋਧੀ ਵੀ ਉਸ ਪੋਸਟ ਨੂੰ ਲੈ ਕੇ ਤਿਲ ਮਿਲਾਏ ਜੇ ਨਜ਼ਰ ਆ ਰਹੇ ਨੇ। ਤਰੁਣ ਚੁੱਗ ਨੇ ਭਾਜਪਾ ਆਗੂ ਦੇ ਉਹਨਾਂ ਦਾ ਬਿਆਨ ਆਇਆ ਕਿ ਹੁਣ ਟਵੀਟ ਕਰਨ ਦੇ ਨਾਲ ਪੋਸਟਾਂ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ 4 ਸਾਲ ਤੁਸੀਂ ਵੀ ਉਹ ਸੱਤਾਧਾਰੀਆਂ ਦੇ ਨਾਲ ਰਹੇ ਹੋ। ਨਹੀਂ, ਦੇਖੋ ਇੱਕ ਗੱਲ ਤਾਂ ਸਾਫ਼ ਹੈ, ਨਵਜੋਤ ਸਿੰਘ ਸਿੱਧੂ ਜਦੋਂ ਬੀਜੇਪੀ 'ਚ ਸੀ ਉਦੋਂ ਅਕਾਲੀਆਂ ਦਾ ਵਿਰੋਧ ਕਰਦਾ ਸੀ ਜੀ। ਹੁਣ ਅਕਾਲੀ ਬੀਜੇਪੀ ਨੂੰ ਛੱਡ ਗਏ। ਸੋ ਹੁਣ ਤਰੁਣ ਚੁੱਗ ਸਾਹਿਬ ਕਹਿੰਦੇ ਵੀ ਸਿੱਧੂ ਦੇ ਟਵੀਟਾਂ ਦਾ ਕੋਈ ਫਾਇਦਾ ਨਹੀਂ। ਫਿਰ ਤਰੁਣ ਚੁੱਗ ਸਾਹਿਬ ਇਹ ਵੀ ਦੱਸਣ ਵੀ ਫਾਇਦਾ ਕਿਸ ਚੀਜ਼ ਦਾ ਹੈ, ਕਿ ਸਿਰਫ ਨਵੇਂ ਬਣਾਏ ਖੇਤੀ ਕਾਨੂੰਨਾਂ ਦਾ ਫਾਇਦਾ ਹੈ, ਹੋਰ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ। ਸੋ ਨਵਜੋਤ ਸਿੰਘ ਸਿੱਧੂ ਲਗਾਤਾਰ ਸੰਘਰਸ਼ ਕਰ ਰਿਹਾ, ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕਣ ਦੀ ਜੁਰਤ ਰੱਖਦਾ ਹੈ। ਕਿ ਬੀਜੇਪੀ ਦੇ ਲੀਡਰਾਂ ਨੇ ਐਡੀ ਜੁਰਤ ਰੱਖੀ ਕਿ ਉਹ ਕਿਸਾਨਾਂ ਦੇ ਹੱਕ 'ਚ ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਸਕਦੇ। ਜਿਨ੍ਹਾਂ ਨੇ ਜੁਰਤ ਕੀਤੀ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਬੀਜੇਪੀ 'ਚੋਂ। ਸੋ ਬੀਜੇਪੀ ਦੇ ਪੰਜਾਬ ਦੇ ਲੀਡਰਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਾਉਣ 'ਚ ਪੰਜਾਬ ਦੀ ਬੀਜੇਪੀ ਫੇਲ ਹੋਈ ਹੈ। ਗਗਨ ਜੀ, ਮੈਂ ਇਹ ਕਹਿਣਾ ਚਾਹੂੰਗਾ ਕਿ ਪੰਜਾਬ ਦੀ ਬੀਜੇਪੀ ਫੇਲ ਸਾਬਤ ਹੋਈ ਹੈ। ਉਹ ਪੰਜਾਬ ਦੇ ਕਿਸਾਨਾਂ ਦੀ ਨੁਮਾਇੰਦਗੀ ਨਹੀਂ ਕਰ ਸਕੀ ਕੇਂਦਰ ਨਾਲ। ਬੀਜੇਪੀ ਪੰਜਾਬ 'ਚ ਉਹ ਪਾਰਟੀ ਹੋਵੇ ਜਿਹੜੀ ਅਕਾਲੀ ਦਲ ਨਾਲ ਮਿਲ ਕੇ ਸੱਤਾ 'ਚ ਰਹੀ ਹੋਵੇ। ਬੀਜੇਪੀ ਉਹ ਪਾਰਟੀ ਹੋਵੇ ਜਿਹਦੇ 2-2 3-3 ਮੰਤਰੀ ਹੋਣ ਪੰਜਾਬ 'ਚ। ਇੱਕ ਸੋਮ ਪ੍ਰਕਾਸ਼ ਮੰਤਰੀ ਹੈ, ਇੱਕ ਹਰਦੀਪ ਪੁਰੀ ਜਿਹੜੇ ਅੰਮ੍ਰਿਤਸਰੋਂ ਹਾਰ ਗਏ ਸੀ ਉਹ ਮੰਤਰੀ ਆ। 2 ਮੰਤਰੀ ਆ ਪੰਜਾਬ 'ਚ ਬੀਜੇਪੀ ਦੇ। ਤੇ ਬੀਜੇਪੀ ਦੇ 2 ਮੰਤਰੀ ਹੁੰਦੇ ਹੋਏ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਕੋਈ ਕੇਂਦਰ ਦਾ ਰਾਬਤਾ ਨਹੀਂ ਬੀਜੇਪੀ ਬਣਾ ਸਕੀ। ਹਾਰੇ ਹੋਏ ਸਾਬਕਾ ਮੰਤਰੀ ਸੁਰਜੀਤ ਜਿਆਣੀ ਤੇ ਹਰਜੀਤ ਗਰੇਵਾਲ ਨੇ ਮਿਹਨਤ ਜ਼ਰੂਰ ਕੀਤੀ, ਪਰ ਉਹਨਾਂ ਦੇ ਵੀ ਬਿਆਨ ਕਦੀ ਲੀਡਰ ਕਿਸਾਨਾਂ ਨੂੰ ਪਸੰਦ ਆਉਂਦੇ ਸੀ, ਕਦੀ ਨਹੀਂ ਪਸੰਦ ਆਉਂਦੇ ਸੀ ਕਿਸਾਨਾਂ ਨੂੰ। ਉਹਨਾਂ ਦੇ ਵੀ ਬਿਆਨ ਨੇ ਜਿਹੜੇ ਸਮੇਂ-ਸਮੇਂ ਤੇ ਬਦਲ ਜਾਂਦੇ ਸੀ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਜੋ ਕਰ ਰਿਹਾ ਹੈ ਉਹ ਸਹੀ ਮਸਲੇ ਉਹ ਚੱਕ ਰਿਹਾ। ਨਵਜੋਤ ਸਿੰਘ ਸਿੱਧੂ ਤੇ ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ, ਨਵਜੋਤ ਸਿੰਘ ਸਿੱਧੂ ਤੇ ਕੋਈ ਬੇਈਮਾਨੀ ਦਾ ਇਲਜ਼ਾਮ ਨਹੀਂ, ਨਵਜੋਤ ਸਿੰਘ ਸਿੱਧੂ ਨੇ ਕੋਈ ਸਰਕਾਰੀ ਅਹੁਦਿਆਂ ਦੇ ਆਨੰਦ ਨਹੀਂ ਮਾਣੇ। ਅਗਰ ਕੈਪਟਨ ਅਮਰਿੰਦਰ ਦੇ ਨਾਲ ਸਿੱਧੂ ਦੀ ਨਹੀਂ ਬਣੀ ਤੇ ਉਹ ਮੁੱਦਿਆਂ ਕਰਕੇ ਨਹੀਂ ਬਣੀ। ਤੇ ਇਹ ਨਹੀਂ ਗੱਲ ਹੈਗੀ ਵੀ ਜੇ ਸਿੱਧੂ 2 ਸਾਲ ਪਿਛਲੇ ਘਰੇ ਨਹੀਂ ਨਿਕਲਿਆ ਤੇ ਉਹ ਸਰਕਾਰੀ ਅਹੁਦਿਆਂ ਦਾ ਆਨੰਦ ਮਾਣਦਾ ਰਿਹਾ। ਉਹਨੇ ਤਾਂ ਕੋਠੀ ਵੀ ਸਰਕਾਰੀ ਛੱਡੀ ਹੋਈ ਹੈ ਸਿੱਧੂ ਨੇ ਤਾਂ। ਸੋ ਇਸ ਕਰਕੇ ਬੀਜੇਪੀ ਵਾਲਿਆਂ ਦੀ ਗਗਨ ਮੈਨੂੰ ਲੱਗਦਾ ਇਹਦੇ ਪਿੱਛੇ ਹਤਾਸ਼ ਹੈ। ਕਿਉਂ? ਕਿਉਂਕਿ ਬੀਜੇਪੀ ਦਾ ਪ੍ਰਭਾਵ ਹੈ ਜਿਹੜਾ ਉਹ ਅੰਮ੍ਰਿਤਸਰ ਹੈ, ਗੁਰਦਾਸਪੁਰ ਲੈ ਉਧਰਲੇ ਪਾਸੇ ਹੈ। ਉਧਰਲੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਵੀ ਬਹੁਤ ਚੜਾਈ ਹੈ। ਹੁਣ ਤਾਂ ਪਟਿਆਲੇ 'ਚ ਵੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨੇ ਸਰਗਰਮੀ ਸ਼ੁਰੂ ਕਰਤੀ। ਹੁਣ ਕਿਤੇ ਨਾ ਕਿਤੇ ਬੀਜੇਪੀ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਤੇ ਵੀ ਖੁੱਲ੍ਹ ਕੇ ਸਵਾਲ ਖੜੇ ਕਰ ਰਿਹਾ। ਨਵਜੋਤ ਸਿੰਘ ਸਿੱਧੂ ਪੰਜਾਬ 'ਚ ਲੋਕਾਂ ਦੀ ਪਸੰਦ ਤਾਂ ਹੈਗਾ ਹੀ ਹੈ, ਇੱਕ ਸਿਆਸੀ ਤਾਕਤ ਵਜੋਂ ਵੀ ਉੱਭਰ ਰਿਹਾ, ਜਿਵੇਂ ਅਰਵਿੰਦ ਕੇਜਰੀਵਾਲ ਦਿੱਲੀ 'ਚ ਇਕੱਲਾ ਹੀ ਉੱਭਰਿਆ ਬੀਜੇਪੀ ਦੇ ਖਿਲਾਫ, ਉੱਦਾਂ ਹੀ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਉੱਭਰ ਰਿਹਾ ਸਾਰੀਆਂ ਪਾਰਟੀਆਂ ਦੇ ਖਿਲਾਫ। ਔਰ ਅਗਲੀਆਂ ਚੋਣਾਂ 'ਚ ਦੇਖੋ, ਜੇ ਤਾਂ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਕੋਈ ਵੱਡੀ ਜ਼ਿੰਮੇਵਾਰੀ ਕਾਂਗਰਸ ਨੇ ਸਿੱਧੂ ਨੂੰ ਦੇਤੀ ਫਿਰ ਗੱਲ ਵੱਖਰੀ ਹੈ। ਨਹੀਂ ਤਾਂ ਨਵਜੋਤ ਸਿੰਘ ਸਿੱਧੂ 'ਚ ਇਸ ਵਕਤ ਐਡੀ ਸਮਰੱਥਾ ਹੈ ਕਿ ਅਗਰ ਉਹ ਪੰਜਾਬ 'ਚ ਆਪਣੀ ਪਾਰਟੀ ਬਣਾ ਲੇ, ਹੁਣ ਬਣਾ ਲੇ 2 ਮਹੀਨਿਆਂ ਨੂੰ, 4 ਮਹੀਨਿਆਂ ਨੂੰ, 6 ਮਹੀਨਿਆਂ ਨੂੰ, ਤੇ ਉਹ ਤਾਂ ਵੀ ਬਹੁਤ ਵੱਡਾ ਸਿਆਸੀ ਬਦਲਾਅ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਕਰ ਸਕਦਾ ਹੈ ਜੀ। ਉਹਦੇ ਕਾਰਨ 2 ਇਹੀ ਨੇ ਕਿ ਉਹ ਅਸੂਲਾਂ ਤੇ ਖੜਾ ਹੈ, ਸਿਧਾਂਤਾਂ ਤੇ ਖੜਾ ਹੈ। ਇਹੀ ਇਹਦੇ ਪਿੱਛੇ ਮੁੱਖ ਕਾਰਨ ਨੇ। ਬਿਲਕੁਲ। ਤੇ ਡੱਲਾ ਸਾਹਿਬ, ਇਸ ਦੇ ਨਾਲ ਇਹ ਸੁਣਾ ਵੀ ਦਿਓ ਚੁੱਗ ਸਾਹਿਬ ਦੀ ਗੱਲ। ਬਿਲਕੁਲ। ਅਸੀਂ ਕੋਈ ਪੱਖਪਾਤ ਨਹੀਂ ਰੱਖਦੇ, ਅਸੀਂ ਗੱਲ ਸਾਰਿਆਂ ਦੀ ਸੁਣਾ ਦਿੰਦੇ ਹਾਂ। ਇਹ ਤਰੁਣ ਚੁੱਗ ਨੇ, ਬੀਜੇਪੀ ਦੇ ਕੌਮੀ ਸਕੱਤਰ ਨੇ, ਵੱਡੇ ਲੀਡਰ ਨੇ, ਇਹਨਾਂ ਦੀ ਗੱਲ ਵੀ ਸੁਣ ਲਓ ਕਿਵੇਂ ਭੜਾਸ ਕੱਢ ਰਹੇ ਨੇ ਆਪਣੀ। ਨਵਜੋਤ ਸਿੰਘ ਸਿੱਧੂ ਵੀ ਪਿਛਲੇ 52 ਮਹੀਨਿਆਂ ਤੋਂ ਚੁੱਪ ਕਰਕੇ ਬੈਠੇ ਹੈ। ਹੁਣ ਇਲੈਕਸ਼ਨ ਨੇੜੇ ਆਇਆ ਤੇ ਸਿੱਧੂ ਸਾਹਿਬ ਨੂੰ ਵੀ ਇਹ ਚੀਜ਼ਾਂ ਯਾਦ ਆਉਣੀਆਂ ਸ਼ੁਰੂ ਹੋ ਗਈਆਂ। ਇਸ ਪਿੱਛੇ ਮੇਰੀ ਸਾਰੇ ਧਿਰਾਂ ਅੱਗੇ ਬੇਨਤੀ ਹੈ, ਕੌਣ ਡੁੱਬੇਗਾ ਕੌਣ ਤਰੇਗਾ ਇਹ ਹੁੰਦਾ ਰਹੇਗਾ, ਲੇਕਿਨ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੋਲਿਟਿਕਸ ਨਾ ਕਰੀਏ। ਕਿਸੇ ਨੇ ਵਕੀਲ ਨਹੀਂ ਭੇਜਿਆ, ਕਿਸੇ ਦਾ ਵਕੀਲ ਗਿਆ ਤੇ ਉਹਨੇ ਤੇ ਬਹਿਸ ਨਹੀਂ ਕੀਤੀ। ਇਹ ਸਾਰੇ ਗੁਰੂ ਘਰ ਦੇ ਪੰਜਾਬ ਦੇ ਦੋਖੀ ਨੇ। ਉਹਨਾਂ ਦੋਸ਼ੀਆਂ ਨੂੰ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜਿਆਂ ਨੇ ਇਹ ਕੁਕ੍ਰਿਤਿ ਕੀਤਾ ਉਹਨਾਂ ਦੇ ਪਰਚੇ ਰਜਿਸਟਰਡ ਹੋਣੇ ਚਾਹੀਦੇ।
ਜਿਨ੍ਹਾਂ ਨੇ ਬੇਦਬੀਆਂ ਕੀਤੀਆਂ ਉਹਨਾਂ ਦੇ ਪਰਚੇ ਰਜਿਸਟਰਡ ਹੋਣੇ ਚਾਹੀਦੇ। ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਪੋਲਿਟਿਕਸ ਕਰ ਰਹੇ ਆ, ਆਉਣ ਵਾਲਾ ਸਮੇਂ ਪੰਜਾਬ ਦੀ ਜਨਤਾ ਉਹਨਾਂ ਨੂੰ ਸਜ਼ਾ ਦੇਗੀ। ਐਸਾ ਦੁਖਦ ਹੈ। मैं तो कोई राजनीतिक टिप्पणी नहीं करना चाहता, लेकिन मैं बेनती करना चाहता मुख्यमंत्री साहब, आप इस लड़ाई नू मानवता के खिलाफ लड़ाई करनी है। गल्लां तो वड्डियां वड्डियां करने हैं। कुछ लाख रुपए का ऑक्सीजन प्लांट है, 1 साल हो गए महामारी नाल लड़दे, असीं पंजाब च नहीं लाए। असीं लाखां रुपए अपने ऐशो आराम ते खर्च करते। साढ़े मंत्री चीफ सैकटरी माफिया नाल लड़ रहे, फिर बाद चो बंदर बांट कर रहे कि शराब माफिया खत्म करने का तरीका सी कि बंदर बांट हो जाएगी। ਬਿਲਕੁਲ ਸੋ ਗੱਲਬਾਤ ਵੀ ਤੁਸੀਂ ਸੁਣੀ ਹੈ ਤੇ ਨਾਲ ਡੱਲਾ ਸਾਹਿਬ ਜਿਸ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਬੀਤੇ ਦਿਨਾਂ ਤੋਂ ਆਪਾਂ ਵੀ ਇਸ ਚੀਜ਼ ਦੀ ਚਰਚਾ ਕੀਤੀ ਕਿ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਉਹ ਰੁਕਣੀਆਂ ਚਾਹੀਦੀਆਂ ਨੇ, ਕਿਉਂਕਿ ਸਵੇਰੇ ਰੈਲੀ ਕਰਕੇ ਸ਼ਾਮ ਨੂੰ ਅਸੀਂ ਟੈਲੀਵਿਜ਼ਨ ਤੇ ਕੋਈ ਭਾਸ਼ਣ ਦੇ ਦਈਏ ਉਹਦੀ ਕੋਈ ਤੁੱਕ ਨਹੀਂ ਬਣਦੀ। ਪਰ ਉਸ ਤੋਂ ਬਾਅਦ ਹੁਣ ਰੈਲੀਆਂ ਜਿਹੜੀਆਂ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਵੈਸਟ ਬੰਗਾਲ ਦੀਆਂ, ਉਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਟਵੀਟ ਆਇਆ ਪ੍ਰਧਾਨ ਮੰਤਰੀ ਸਾਹਿਬ ਦਾ, ਬੜੀ ਖੁਸ਼ੀ ਹੋਈ ਦੇਖ ਕੇ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਅੱਜ ਕੋਵਿਡ ਦੀ ਉਹਨਾਂ ਨੇ ਮੀਟਿੰਗ ਕਰਨੀ ਹੈ, ਰਿਵਿਊ ਮੀਟਿੰਗ ਕੋਵਿਡ-19 ਨੂੰ। ਬੜੀ ਚੰਗੀ ਗੱਲ ਹੈ। ਦੇਖੋ ਨਰਿੰਦਰ ਮੋਦੀ ਉਹ ਪ੍ਰਧਾਨ ਮੰਤਰੀ ਨੇ, ਅਗਰ ਉਹ ਕਿਸੇ ਮੁੱਦੇ ਦੇ ਪਿੱਛੇ ਲੱਗ ਜਾਣ ਉਹਦਾ ਨਿਪਟਾਰਾ ਕਰ ਦਿੰਦੇ। ਸੋ ਹੁਣ ਅਗਰ ਕੋਵਿਡ ਦੀ ਸਮੀਖਿਆ ਮੀਟਿੰਗ ਕਰਨ, ਕੋਵਿਡ ਨੂੰ ਕੰਟਰੋਲ ਕਰਨ ਦੇ ਦਿਸ਼ਾ 'ਚੋਂ ਸਰਗਰਮ ਹੋ ਜਾਣ ਤੇ ਇਹਦੇ ਨਾਲ ਅਫਸਰਾਂ ਨੂੰ ਵੀ ਹੌਸਲਾ ਮਿਲੂਗਾ ਔਰ ਸਰਕਾਰੀ ਕੰਪਨੀਆਂ ਨੂੰ ਵੀ ਹੌਸਲਾ ਮਿਲੂਗਾ ਔਰ ਉਹ ਜਿਹੜੇ ਲੋਕ ਕਾਲਾ ਬਾਜ਼ਾਰੀ ਕਰਦੇ ਨੇ ਉਹਨਾਂ ਨੂੰ ਡਰ ਬਣੂਗਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਸਿੱਧਾ ਪੈਰਵਾਈ ਕਰ ਰਿਹਾ ਆਕਸੀਜਨ ਦੀ ਔਰ ਉਹ ਦਵਾਈਆਂ ਜਿਨ੍ਹਾਂ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ, ਉਹਦੇ ਨਾਲ ਨਿਸ਼ਚਿਤ ਤੌਰ ਤੇ ਫਰਕ ਪਊਗਾ। ਔਰ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਧਾਨ ਮੰਤਰੀ ਦਾ ਕਿ ਉਹਨਾਂ ਨੇ ਆਪਣੀ ਬੰਗਾਲ ਦੀ ਰੈਲੀ ਰੱਦ ਕੀਤੀ, ਨਹੀਂ ਤਾਂ ਮੇਰਾ ਖਿਆਲ 5-6 ਗੇੜ ਹੋ ਗਏ, ਪੂਰਾ ਜ਼ੋਰ ਮੋਦੀ ਸਾਹਿਬ ਨੇ ਬੰਗਾਲ 'ਚ ਹੀ ਲਾ ਰੱਖਿਆ ਸੀ। ਬਿਲਕੁਲ, ਜੇ ਸ਼ੁਰੂ 'ਚ ਮੈਨੂੰ ਪੱਕਾ ਯਕੀਨ ਹੈ ਗਗਨ, ਅਗਰ ਮੋਦੀ ਸਾਹਿਬ ਨੇ ਸ਼ੁਰੂ 'ਚ ਹੀ ਬੰਗਾਲ ਦੀਆਂ ਰੈਲੀਆਂ ਰੱਦ ਕੀਤੀਆਂ ਹੁੰਦੀਆਂ ਤੇ ਟੇਬਲ ਤੇ ਬਹਿ ਕੇ ਕੋਵਿਡ ਨੂੰ ਨਿਯੰਤਰਣ ਕਰਨ ਦੀ ਕਮਾਂਡ ਆਪਣੇ ਹੱਥ 'ਚ ਰੱਖੀ ਹੁੰਦੀ ਤੇ ਅੱਜ ਸਥਿਤੀਆਂ ਨਿਸ਼ਚਿਤ ਤੌਰ ਤੇ ਇੰਨੀਆਂ ਚਿੰਤਾਜਨਕ ਨਹੀਂ ਹੋਣੀਆਂ ਸੀ। ਆ ਦੇਖੋ ਕੇਜਰੀਵਾਲ ਰੋਜ਼ ਬਿਆਨ ਦੇ ਦਿੰਦਾ ਵੀ ਦਿੱਲੀ 'ਚ ਸਾਡੇ ਆਕਸੀਜਨ ਦੇ ਸਿਲੰਡਰ ਮੁੱਕ ਗਏ, ਸਾਡੇ ਹਸਪਤਾਲਾਂ 'ਚ ਆਕਸੀਜਨ ਦੀ ਕਮੀ ਹੈ, ਕੇਂਦਰ ਸਰਕਾਰ ਪੂਰੇ ਮੁਲਕ 'ਚ ਸੂਬਿਆਂ ਦੇ ਆਧਾਰ ਤੇ ਆਕਸੀਜਨ ਨਾ ਦੇਵੇ। ਸੋ ਕੇਜਰੀਵਾਲ ਨੂੰ ਵੀ, ਦਿੱਲੀ ਨੂੰ ਵੀ ਔਰ ਪੰਜਾਬ ਨੂੰ ਵੀ ਆਕਸੀਜਨ ਮਿਲ ਜਾਣੀ ਸੀ। ਹਾਲਾਂਕਿ ਕੱਲ ਪੰਜਾਬ ਨੂੰ 4 ਲੱਖ ਡੋਜ਼ ਹੈ ਜਿਹੜੀ ਵੈਕਸੀਨ ਦੀ ਮਿਲ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਗਗਨ ਕੱਲ ਰਿਵਿਊ ਮੀਟਿੰਗ ਕੀਤੀ ਹੈ, ਸਾਰੇ ਵੱਡੇ ਵੱਡੇ ਅਫਸਰ ਸੀ, ਮੁੱਖ ਸਕੱਤਰ ਵੀ ਸੀ ਉਹ 'ਚ। 4 ਲੱਖ ਡੋਜ਼ ਨੇ ਜਿਹੜੇ ਪੰਜਾਬ ਨੂੰ ਆ ਗਏ ਨੇ। ਕੈਪਟਨ ਅਮਰਿੰਦਰ ਕਹਿੰਦੇ ਇਹ 4 ਲੱਖ ਤਾਂ 3-4 ਦਿਨਾਂ 'ਚ ਹੋ ਜਾਣੇ ਨੇ ਖਤਮ। ਸੋ ਕੇਂਦਰ ਸਰਕਾਰ ਤੇ ਮੰਗ ਕੀਤੀ ਜਾਵੇ ਕਿ ਸਾਨੂੰ ਇਹ ਹੋਰ ਡੋਜ਼ ਇਹਨਾਂ ਦੀ ਆਵੇ। ਸੋ ਹੁਣ ਜਿਹੜੀਆਂ 4 ਲੱਖ ਡੋਜ਼ ਆਏ ਨੇ, ਇਹਨਾਂ 4 ਲੱਖ ਡੋਜ਼ ਨੂੰ ਆਉਂਦੇ ਦਿਨਾਂ ਦੇ ਵਿੱਚ ਲਾਇਆ ਜਾਣਾ ਜੰਗੀ ਪੱਧਰ ਤੇ ਔਰ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦਾ ਜਿਹੜਾ ਵਿਅਕਤੀ ਹੈ ਉਹ ਵੀ ਕਾਬਲ ਹੋਊਗਾ, ਟੀਕਾ ਲਵਾ ਸਕਦਾ ਹੈ ਕੋਵਿਡ ਦਾ। ਜੀ, ਸੋ ਸਾਰਿਆਂ ਨੂੰ ਲਵਾ ਲੈਣਾ ਚਾਹੀਦਾ ਭਾਈ ਕੋਵਿਡ ਦਾ ਟੀਕਾ। ਮੈਨੂੰ ਜਦੋਂ ਡਾਕਟਰ ਕਹਿਣਗੇ ਮੈਂ ਉਦੋਂ ਲਵਾਉਂਗਾ, ਕਿਉਂਕਿ ਮੈਂ ਤਾਂ ਪੋਜ਼ਿਟਿਵ ਹੋ ਕੇ ਠੀਕ ਹੋ ਕੇ ਆਇਆ। ਸੋ ਇਸ ਕਰਕੇ ਮੈਨੂੰ ਜਦੋਂ ਜਿਹੜੇ ਵੀ ਬੰਦੇ ਪੋਜ਼ਿਟਿਵ ਹੋ ਕੇ ਠੀਕ ਹੋਏ ਨੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੀ ਜਿਹੜਾ ਕੋਵਿਡ ਦਾ ਟੀਕਾ ਜਿਹੜਾ ਹੈ ਉਹ ਲਵਾਉਣਾ ਹੀ ਬੜਾ ਉਹਨਾਂ ਦੇ ਲਈ ਵੀ ਬੜਾ ਜ਼ਰੂਰੀ ਹੈ। ਔਰ ਗਗਨ ਇਹਦੇ ਨਾਲ ਮੈਂ ਇਹ ਵੀ ਗੱਲ ਜੋੜ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਾਂਗੇ ਕਿ ਸਾਨੂੰ ਵੀ ਜਿਹੜੀ ਆਕਸੀਜਨ ਹੈ ਉਹਦੀ ਸਮੇਂ ਸਿਰ ਭਰਪਾਈ ਕੀਤੀ ਜਾਵੇ। ਸਾਡੇ ਕੋਲੇ ਵੀ ਆਕਸੀਜਨ ਦੀ ਕਮੀ ਹੈ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ। 120 MT ਕਹਿੰਦੇ ਸਾਨੂੰ ਹਰ ਵਕਤ ਸਾਡੇ ਕੋਲੇ ਅਗਰ ਸੁਰੱਖਿਅਤ ਰਵੇ ਤੇ ਉਹਦੇ ਨਾਲ ਸਾਡੀਆਂ ਸਥਿਤੀਆਂ ਚੰਗੀਆਂ ਹੋਣਗੀਆਂ। ਪਰ ਗਗਨ ਕੱਲ ਦੇ ਅੰਕੜੇ ਪੰਜਾਬ ਦੇ ਵੀ ਥੋੜੇ ਜਿਹੇ ਚਿੰਤਾ ਵਾਲੇ ਨੇ। ਪੰਜਾਬ 'ਚ ਕੱਲ 5400 ਤੋਂ ਵੱਧ ਗਏ ਅੰਕੜੇ ਔਰ ਦੁਨੀਆ ਤੋਂ ਜਾਣ ਵਾਲੇ ਲੋਕ ਪੰਜਾਬ 'ਚ 70 ਤੋਂ ਵੱਧ ਗਏ। ਕੱਲ 70 ਤੋਂ ਵੱਧ ਦੁਨੀਆ 'ਚ ਚਲੇ ਗਏ ਔਰ 5400 ਤੋਂ ਵੱਧ ਪੰਜਾਬ 'ਚ ਕੇਸ ਆ ਗਏ। ਸੋ ਪੰਜਾਬ 'ਚ ਟੈਸਟਿੰਗ ਵੀ ਵਧਣੀ ਚਾਹੀਦੀ ਔਰ ਜਿਹੜੇ ਲੋਕ ਬਿਮਾਰ ਨੇ ਪੋਜ਼ਿਟਿਵ ਆ ਗਏ ਉਹ ਤਹਈਆ ਕਰ ਲੈਣ। ਮੈਂ 19 ਦਿਨ ਘਰੋਂ ਨਹੀਂ ਨਿਕਲਿਆ, 18-19 ਦਿਨ ਗਗਨ ਜਿੰਨਾ ਸਮਾਂ ਕਿਹਾ ਜਾਂਦਾ ਡਾਕਟਰਾਂ ਵੱਲੋਂ। ਕਮਰੇ 'ਚ ਰਹੋ, ਘਰ ਰਹੋ, ਆਪਣੇ ਇਕੱਲੇ ਰਹੋ, ਟੈਲੀਵਿਜ਼ਨ ਦੇਖੋ, ਅਰਦਾਸ ਕਰੋ, ਪਾਠ ਪੂਜਾ ਕਰੋ। ਤੁਸੀਂ ਕੋਈ ਕੰਮ ਕਰ ਸਕਦੇ ਹੋ ਘਰ ਬੈਠ ਕੇ ਟੈਲੀਫੋਨ ਤੇ ਉਹ ਕਰੋ, ਪਰ ਤੁਸੀਂ ਰਹੋ 19-20 ਦਿਨ ਘਰੇ। ਤਾਂ 19 ਦਿਨ ਤਾਂ ਮੈਂ ਵੀ ਕੱਟੇ, ਬੀਮਾ ਵੀ ਅੱਧੇ ਤੋਂ ਵੱਧ ਮੈਂ ਘਰੇ ਹੀ ਸੀ। ਸੋ ਹੁਣ ਲਾਜ਼ਮੀ ਕੀ ਹੈ ਗਗਨ ਕਿ ਇੰਨੇ ਜ਼ਿਆਦਾ ਕੇਸ ਹੋ ਗਏ, ਇਹ 2 ਕਾਰਨ ਨੇ। ਪਹਿਲਾਂ ਕਿਸੇ ਨੂੰ ਵੀ ਬੁਖਾਰ ਹੋਵੇ ਨਾ, ਇਹ ਨਾ ਸਮਝੋ ਵੀ ਵੈਸੇ ਹੀ ਮਾੜਾ ਮੋਟਾ ਤਾਪ ਚੜਿਆ, ਉਹਨੂੰ ਤੁਰੰਤ ਚੈੱਕ ਕਰਾਓ। ਉਹਦਾ ਫਾਇਦਾ ਕੀ ਹੈ ਚੈੱਕ ਕਰਾਉਣ ਦਾ? ਜੇ ਤੁਸੀਂ ਚੈੱਕ ਕਰਾ ਲਓਗੇ, ਜੇ ਤੁਸੀਂ ਪੋਜ਼ਿਟਿਵ ਆ ਗਏ
ਤੇ ਘੱਟੋ ਘੱਟ ਤੁਸੀਂ ਪਰਿਵਾਰ ਦੇ ਬਾਕੀ ਮੈਂਬਰਾਂ 'ਚ ਨਹੀਂ ਬੈਠੋਗੇ, ਤੁਸੀਂ ਇਕੱਲੇ ਰਹੋਗੇ। ਉਹਦੇ ਨਾਲ ਬਾਕੀਆਂ ਦਾ ਬਚਾਅ ਹੋ ਜਾਊਗਾ, ਉਹ ਬਿਮਾਰ ਨਹੀਂ ਹੋਣਗੇ। ਦੂਸਰਾ, ਮਨੋਵਿਗਿਆਨਿਕ ਤੌਰ ਤੇ ਡਰਨਾ ਨਹੀਂ, ਹੌਸਲਾ ਬਣਾ ਕੇ ਰੱਖਣਾ ਹੈ। ਬਹੁਤ ਘੱਟ ਲੋੜ ਪੈਂਦੀ ਹੈ, ਬਹੁਤ ਘੱਟ 1% ਕੋਈ ਵਿਅਕਤੀ ਹੈ ਜਿਹਨੂੰ ਹਸਪਤਾਲ ਜਾਣ ਦੀ ਲੋੜ ਪੈਂਦੀ ਹੈ। ਬਹੁਤ ਵੱਡੀ ਗਿਣਤੀ 'ਚ ਲੋਕ ਘਰਾਂ 'ਚ ਹੀ ਠੀਕ ਹੋ ਜਾਂਦੇ ਨੇ। 80-85% ਤਾਂ ਆਮ ਹੀ ਠੀਕ ਹੋ ਜਾਂਦੇ ਨੇ। ਬਿਲਕੁਲ। ਬਾਕੀਆਂ ਨੂੰ ਮਾੜਾ ਮੋਟਾ ਬੁਖਾਰ 4-5 ਦਿਨ ਚੜ੍ਹਦਾ ਹੈ। ਦਵਾਈਆਂ ਡਾਕਟਰ ਦੀ ਮਰਜ਼ੀ ਮੁਤਾਬਕ, ਕਹੇ ਮੁਤਾਬਕ ਲਓ, ਰੂਲ ਫਾਲੋ ਕਰੋ, ਚੰਗੀਆਂ ਚੀਜ਼ਾਂ ਖਾਓ, ਡਾਈਟ ਦਾ ਘਰ 'ਚ ਖਿਆਲ ਰੱਖੋ। ਘਰ ਦਾ ਭੋਜਨ ਜਿਹੜਾ ਆਪਣੇ ਬਣਦਾ ਪੰਜਾਬ 'ਚ ਚੰਗਾ ਹੀ ਹੁੰਦਾ ਸਾਰਿਆਂ ਨੂੰ। ਬਿਲਕੁਲ। ਦਾਲ, ਮੂੰਗੀ ਦੀ ਦਾਲ ਵੀ ਮੈਂ ਤਾਂ ਖਾਂਦਾ ਰਿਹਾ ਗਗਨ, ਕੱਦੂ ਦੀ ਸਬਜ਼ੀ ਖਾਂਦਾ ਰਿਹਾ ਜੀ। ਰਾਜਮਾ ਵਗੈਰਾ, ਛੋਲਿਆਂ ਦੀ ਤਰੀ ਪੀ ਲਓ ਵੱਧ ਤੋਂ ਵੱਧ। ਮੈਂ ਨਾਰੀਅਲ ਪਾਣੀ ਪੀ ਲੈਣਾ, ਇਹੋ ਜਿਹੀਆਂ ਚੀਜ਼ਾਂ। ਪਾਣੀ ਜ਼ਿਆਦਾ ਪੀਣਾ, ਪਾਣੀ ਮੈਂ ਗਰਮ ਹੀ ਪੀਂਦਾ ਸੀ। ਭਾਫ ਮੈਂ 3-4 ਵਾਰੀ ਭਾਫ ਲੈਂਦਾ ਸੀ, 10-10 ਮਿੰਟ ਭਾਫ ਲੈਣੀ। ਗਰਾਰੇ ਕਰਨੇ 5-5 7-7 ਮਿੰਟ, ਮੈਂ ਗਰਾਰੇ ਤਾਂ 8-10 ਵਾਰੀ ਕਰ ਦਿੰਦਾ ਸੀ। ਸੋ ਉਹਦਾ ਫਾਇਦਾ ਵੀ ਹੋਇਆ, ਮੈਨੂੰ ਖਾਂਸੀ ਵਗੈਰਾ ਨਹੀਂ ਹੋਈ ਦੇਖੋ ਜੀ। ਕਿਉਂਕਿ ਮੈਂ ਲਗਾਤਾਰ, ਜਿਸ ਦਿਨ ਮੈਨੂੰ ਬੁਖਾਰ ਚੜਿਆ ਮੈਂ ਉਸੇ ਦਿਨ ਗਰਾਰੇ ਤੇ ਭਾਫ ਲੈਣੀ ਸ਼ੁਰੂ ਕਰਤੀ। ਆਪਾਂ 3-4 ਦਿਨ ਇੰਤਜ਼ਾਰ ਨਾ ਕਰੀਏ। ਦਿੱਕਤ ਕਿੱਥੇ ਆਉਂਦੀ ਗਗਨ, ਜੋ ਮੈਨੂੰ ਡਾਕਟਰਾਂ ਨੇ ਦੱਸਿਆ, ਦਿੱਕਤ ਉਦੋਂ ਆਉਂਦੀ ਹੈ ਜਦੋਂ ਕਿਸੇ ਨੂੰ ਬੁਖਾਰ ਹੁੰਦਾ ਨਾ, ਅਸੀਂ ਉਹਨੂੰ ਸਧਾਰਨ ਲੈ ਲੈਂਦੇ ਆ ਵੀ ਸਧਾਰਨ ਬੁਖਾਰ ਹੀ ਹੋਇਆ ਜੀ, ਕੋਈ ਨਹੀਂ, ਆ ਗੋਲੀ ਲੈ ਲਓ ਡੁੱਲ ਵਾਲੀ 650 ਮਿਲੀਗ੍ਰਾਮ ਦੀ। ਜੀ। ਉਹ 2-3 ਦਿਨ ਜਦੋਂ ਬੁਖਾਰ ਦੇ ਨਿਕਲ ਜਾਂਦੇ ਨੇ, ਫਿਰ ਸਾਨੂੰ ਲੱਗਦਾ ਵੀ ਸਰੀਰ ਟੁੱਟਣ ਲੱਗ ਗਿਆ, ਖਾਂਸੀ ਆਉਣ ਲੱਗ ਗਈ। ਬੁਖਾਰ ਹੁੰਦੇ ਹੀ ਭਾਫ ਲੈਣੀ ਸ਼ੁਰੂ ਕਰ ਦਿਓ, ਗਰਾਰੇ ਕਰਨ ਲੱਗ ਜਾਓ, ਕੋਈ ਨੁਕਸਾਨ ਥੋੜੀ ਹੈ ਇਹਦਾ। ਬਿਲਕੁਲ। ਸਰੀਰ ਅੰਦਰ ਭਾਫ ਜਾਊ, ਉਹਦਾ ਫਾਇਦਾ ਹੀ ਹੈ। ਸੋ ਜਦੋਂ ਅਸੀਂ ਬੁਖਾਰ ਹੁੰਦੇ ਹੀ ਉਹ ਚੀਜ਼ ਸ਼ੁਰੂ ਕਰ ਦਿੰਦੇ ਹਾਂ, ਉਹਦੇ ਨਾਲ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਕਿ ਬਾਅਦ ਦੇ ਵਿੱਚ ਕਿਸੇ ਦੇ ਫੇਫੜਿਆਂ ਤੇ ਅਸਰ ਪਵੇ, ਦਿਲ ਤੇ ਅਸਰ ਪਵੇ, ਖਾਂਸੀ ਹੋਵੇ। ਪਹਿਲੇ ਦਿਨ ਹੀ ਨਾਲ ਹੀ ਬੁਖਾਰ ਹੁੰਦੇ ਹੀ ਭਾਫ ਤੇ ਗਰਾਰੇ ਤਾਂ ਸ਼ੁਰੂ ਕਰ ਦਿਓ, ਫਿਰ ਟੈਸਟ ਜ਼ਰੂਰ ਕਰਾਓ। ਜੇ ਤੁਸੀਂ ਪੋਜ਼ਿਟਿਵ ਹੋ ਤਾਂ ਇਕੱਲੇ ਰਹੋ, ਪਰਿਵਾਰ ਦੇ ਨਾਲ ਨਾ ਰਹੋ। ਆ ਜਿਹੜੇ 5400 ਲੋਕ ਆਏ ਨੇ ਗਗਨ ਕੱਲ, ਜੀ। 5400 ਤੋਂ ਵੱਧ, ਦੇਖੋ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਕਿੰਨੇ ਅੰਕੜੇ ਆਏ ਨੇ। ਮੇਰੇ ਕੋਲੇ ਸਾਰੇ ਅੰਕੜੇ ਮੈਂ ਕੱਢ ਕੇ ਰੱਖੇ ਆ, ਮੈਂ ਤੁਹਾਡੇ ਨਾਲ ਸਾਂਝੇ ਵੀ ਕਰ ਲੈਣਾ ਮਿੰਟੋ ਮਿੰਟੀ। ਦੇਖੋ ਵੱਡੇ ਸ਼ਹਿਰਾਂ ਦੀ ਗੱਲ ਕਰਦਾ, ਲੁਧਿਆਣਾ 'ਚ 880 ਕੇਸ ਆਏ, ਜਲੰਧਰ 'ਚ 419 ਆਏ, ਮੋਹਾਲੀ 'ਚ ਸਭ ਤੋਂ ਵੱਧ 931, ਔਰ ਮੋਹਾਲੀ 'ਚ ਪੋਜ਼ਿਟਿਵਿਟੀ ਰੇਟ 25.36 ਆਇਆ। ਮੋਹਾਲੀ 'ਚ ਪੋਜ਼ਿਟਿਵਿਟੀ ਰੇਟ 25.36 ਦਾ ਮਤਲਬ ਹੈ ਕਿ ਮੋਹਾਲੀ 'ਚ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਜਦੋਂ ਟੈਸਟ ਕਰਦੇ ਆ, ਪੋਜ਼ਿਟਿਵਿਟੀ ਰੇਟ ਦਾ ਮਤਲਬ ਹੈ ਹਰ 100 ਚੋਂ 25 ਲੋਕ ਪੋਜ਼ਿਟਿਵ ਮਿਲੇ ਜਿਹੜੇ ਟੈਸਟ ਕਰਾਉਣ ਗਏ ਬਿਮਾਰ ਹੋਣ ਤੋਂ ਬਾਅਦ। ਜੀ। ਜਿਨ੍ਹਾਂ ਨੇ ਬਿਮਾਰ ਹੋਣ ਤੋਂ ਬਾਅਦ ਟੈਸਟ ਕਰਾਇਆ, ਜਾਂ ਗਲਾ ਖਰਾਬ ਸੀ, ਕਿਸੇ ਨੂੰ ਖਾਂਸੀ ਸੀ, ਮੈਨੂੰ ਲੱਗਦਾ ਪੋਜ਼ਿਟਿਵਿਟੀ ਰੇਟ ਦਾ ਮਤਲਬ ਇਹੀ ਹੈ, ਹਾਂਜੀ ਜੀ। ਪ੍ਰਤੀ 100 ਦੇ ਪਿੱਛੇ। ਔਰ ਪਟਿਆਲਾ 'ਚ 448 ਪੋਜ਼ਿਟਿਵ ਆਏ, ਅੰਮ੍ਰਿਤਸਰ 'ਚ 462, ਹੁਸ਼ਿਆਰਪੁਰ 206, ਬਠਿੰਡਾ 'ਚ 446, ਗੁਰਦਾਸਪੁਰ 229, ਕਪੂਰਥਲਾ 73 ਆਏ। ਕਪੂਰਥਲਾ ਠੀਕ ਹੈ, ਸ਼ਹੀਦ ਭਗਤ ਸਿੰਘ ਨਗਰ 74, ਇਹ ਦੋਨੇ ਕੰਟਰੋਲ 'ਚ ਨੇ। ਪਠਾਨਕੋਟ 164, ਸੰਗਰੂਰ 145, ਫਿਰੋਜ਼ਪੁਰ 35, ਰੋਪੜ 84, ਫਰੀਦਕੋਟ 47, ਫਾਜ਼ਿਲਕਾ 162, ਮੁਕਤਸਰ 180, ਫਤਿਹਗੜ੍ਹ ਸਾਹਿਬ 60, ਤਰਨਤਾਰਨ 108, ਮੋਗਾ 'ਚ 90, ਮਾਨਸਾ 'ਚ 187 ਤੇ ਮੇਰੇ ਨਾਨਕੇ 'ਚ 26, ਸਭ ਤੋਂ ਘੱਟ ਬਰਨਾਲੇ। ਜੀ। ਮੇਰੇ ਨਾਨਕਾ ਸ਼ਹਿਰ ਆ ਜਿਹੜਾ ਬਰਨਾਲਾ, ਉਹ 'ਚ 26, ਸਭ ਤੋਂ ਘੱਟ। ਪਰ ਪੋਜ਼ਿਟਿਵਿਟੀ ਰੇਟ ਹੈ ਜਿਹੜਾ ਮੈਨੂੰ ਲੱਗਦਾ ਸਭ ਤੋਂ ਘੱਟ ਹੈ ਜਿਹੜਾ ਉਹ ਤਰਨਤਾਰਨ ਦਾ ਹੈ 5.68, ਔਰ ਬਰਨਾਲੇ ਦਾ ਪੋਜ਼ਿਟਿਵਿਟੀ ਰੇਟ 6.45 ਹੈ। ਫਿਰੋਜ਼ਪੁਰ ਦਾ ਪੋਜ਼ਿਟਿਵਿਟੀ ਰੇਟ ਸਭ ਤੋਂ ਜ਼ਿਆਦਾ ਘੱਟ ਹੈ 3.82, ਇਹ ਸਭ ਤੋਂ ਘੱਟ ਹੈ ਫਿਰੋਜ਼ਪੁਰ ਦਾ ਪੋਜ਼ਿਟਿਵਿਟੀ ਰੇਟ। ਚਲੋ ਰੱਬ ਸੁੱਖ ਰੱਖੇ, ਸਾਰੇ ਪਾਸੇ ਹੀ ਪੋਜ਼ਿਟਿਵਿਟੀ ਰੇਟ ਪੰਜਾਬ 'ਚ ਘਟੇ। ਕੱਲ 70 ਤੋਂ ਵੱਧ ਲੋਕ ਦੁਨੀਆ ਤੋਂ ਚਲੇ ਗਏ। ਸੋ ਇਹ ਇਸ ਕਰਕੇ ਜ਼ਰੂਰ ਖਿਆਲ ਰੱਖੋ, ਕਿਸੇ ਨੂੰ ਵੀ ਤਾਪ ਚੜੇ, ਮਾੜਾ ਦਾ ਵੀ ਬੁਖਾਰ ਲੱਗੇ, ਉਹ ਕੱਲਾ ਹੋ ਜੇ, ਉਹਦੇ 'ਚ ਹੀ ਫਾਇਦਾ ਹੈ। ਬਿਲਕੁਲ। ਤੇ ਡਾਕਟਰ ਸਾਹਿਬ, ਇਸ ਦੇ ਨਾਲ ਹੀ ਜਿਹੜੇ ਸ਼ਰਧਾਲੂ ਬੀਤੇ ਦਿਨੀ ਵਿਸਾਖੀ ਦੇ ਮੌਕੇ ਦੇ ਉੱਤੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਗਏ ਸੀ, ਉਹ ਵੀ ਕਹਿੰਦੇ ਵਾਪਸ ਪਰਤੇ ਨੇ। 800 ਦੇ ਕਰੀਬ ਸ਼ਰਧਾਲੂ ਸੀ, ਜਿਨ੍ਹਾਂ 'ਚੋਂ 100 ਪੋਜ਼ਿਟਿਵ ਆਏ ਨੇ। ਉਹਨਾਂ ਨੂੰ ਲੈ ਕੇ ਵੀ ਹੁਣ ਕਹਿ ਰਹੇ ਨੇ ਕਿ ਉਹਨਾਂ ਨੂੰ ਕੁਆਰੰਟਾਈਨ ਜਿਹੜਾ SGPC ਦੇ ਵੱਲੋਂ ਕਰਵਾਇਆ ਜਾਣਾ, ਉਹਨੂੰ ਕਿੱਦਾਂ? ਵੀ ਦੇਖੋ, ਅਗਰ 100 ਪੋਜ਼ਿਟਿਵ ਆ ਗਏ ਨੇ ਤੇ ਜ਼ਰੂਰ ਉਹਨਾਂ ਨੂੰ ਇਕੱਲੇ ਨੂੰ ਰਹਿਣਾ ਚਾਹੀਦਾ, ਆਪਣੇ ਘਰਾਂ 'ਚ ਚਾਹੇ ਕਮਰਿਆਂ 'ਚ ਰਹਿਣ। ਹੁਣ ਤਾਂ ਪੰਜਾਬ ਸਰਕਾਰ ਦੀ ਯੋਜਨਾ, ਜੇ ਕਿਸੇ ਨੂੰ ਬਿਮਾਰ ਹੈ ਤੇ ਹਸਪਤਾਲ ਨਹੀਂ ਲੈ ਕੇ ਜਾਂਦੇ। ਆ ਦੁਨੀਆ ਭਰ 'ਚ ਦੇਖੋ ਹਸਪਤਾਲਾਂ ਦੀ ਤਾਂ ਕਮੀ ਹੋਈ ਪਈ ਆ, ਮੰਜੇ ਹੈ ਨਹੀਂ ਹਸਪਤਾਲਾਂ 'ਚ। ਬਿਲਕੁਲ। ਆ ਦਿੱਲੀ ਵਰਗੇ 'ਚ ਮੰਜੇ ਹੈ ਨਹੀਂ ਹਸਪਤਾਲਾਂ 'ਚ। ਸੋ ਹੁਣ ਘਰ 'ਚ ਤੁਸੀਂ ਕਮਰੇ 'ਚ ਰਹਿ ਸਕਦੇ ਹੋ, ਮੈਂ ਵੀ ਘਰੇ ਆਪਣੇ ਕਮਰੇ 'ਚ ਰਿਹਾ। ਸੋ ਤੁਸੀਂ, ਬੀਬੀ ਜਗੀਰ ਕੌਰ ਕਹਿੰਦੀ ਵੀ ਜੱਥੇ 'ਚ ਜਿਹੜੇ 100 ਪੋਜ਼ਿਟਿਵ ਆਏ ਨੇ ਉਹ ਸਾਰੇ ਕੁਆਰੰਟਾਈਨ ਕੀਤੇ ਜਾਣਗੇ ਤੇ ਉਹਨਾਂ ਦਾ ਖਿਆਲ ਰੱਖਿਆ ਜਾਊਗਾ। ਇਹ ਬੜੀ ਚੰਗੀ ਗੱਲ ਹੈ। ਔਰ ਮੈਨੂੰ ਲੱਗਦਾ ਇਹ ਸਾਰੇ ਜਿਹੜੇ ਮਰੀਜ਼ ਨੇ ਇਹ ਆਪ ਵੀ ਗਗਨ ਇਸ ਗੱਲ ਲਈ ਤਿਆਰ ਹੋਣਗੇ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਕੁਆਰੰਟਾਈਨ ਰਵਾਂਗੇ।
ਬਿਲਕੁਲ। ਸੋ ਉਮੀਦ ਇਹੀ ਹੈ। ਡੱਲਾ ਸਾਹਿਬ, ਇੱਕ ਗੱਲ ਜਿਹੜੀ ਪੰਜਾਬ ਦੇ ਆਲੇ ਦੁਆਲੇ ਦੇ ਸੂਬਿਆਂ ਦੀ ਵੀ ਕਰੀਏ, ਜੇਕਰ ਪੰਜਾਬ ਦੇ ਹਾਲਾਤ ਵੇਖੀਏ ਹਜੇ ਤੱਕ ਉਹਨੇ ਮਾੜੇ ਨਹੀਂ ਕਰੋਨਾ ਦੇ ਮਸਲਿਆਂ ਦੇ ਵਿੱਚ। ਹਾਲਾਂਕਿ 5500 ਕੇਸ ਹੋਣਾ ਵੀ ਬਹੁਤ ਵੱਡੀ ਗੱਲ 5400 ਤੋਂ ਵੱਧ, ਹਾਂ 5400 ਕੁਛ। ਪਰ ਜੇਕਰ ਨਾਲ ਦੇ ਸੂਬਿਆਂ ਦੀ ਗੱਲ ਕਰੀਏ, ਗਵਾਂਢੀ ਸੂਬੇ ਰਾਜਸਥਾਨ ਹੋਵੇ, ਉੱਥੇ ਲਾਕਡਾਊਨ ਦੀ ਜਿਹੜੀ ਸਾਫ਼ ਤੌਰ ਦੇ ਉੱਤੇ ਪੁਸ਼ਟੀ ਹੋ ਚੁੱਕੀ। ਉੱਧਰ ਦੂਜੇ ਪਾਸੇ ਹਰਿਆਣਾ ਦੀ ਗੱਲ ਕਰੀਏ, ਉੱਥੇ ਵੀ 10,000 ਦੇ ਕਰੀਬ ਕੇਸ ਜਿਹੜੇ ਸਾਹਮਣੇ ਆ ਰਹੇ ਨੇ। ਦਿੱਲੀ ਦੇ ਵਿੱਚੋਂ 25,000 ਤੱਕ ਦਾ ਵੀ ਅੰਕੜਾ ਜਿਹੜਾ ਸਾਹਮਣੇ ਆਇਆ। 25 ਟੱਪ ਗਿਆ, 28 ਟੱਪ ਗਿਆ, 28 ਤੋਂ ਵੱਧ ਆਏ। ਇਹ ਲਗਾਤਾਰ ਵੱਧ ਰਹੇ ਅੰਕੜੇ 'ਚ ਇਹ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਨੂੰ ਜਿਹੜਾ ਹੁਣ ਉਧਰਲੇ ਸੂਬਿਆਂ ਤੋਂ ਇੱਧਰ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਨਾ ਕੋਈ ਜਿਹੜਾ ਨਿਯਮ ਬਣਾਉਣਾ ਚਾਹੀਦਾ, ਕਿਉਂਕਿ ਜੇਕਰ ਪੰਜਾਬ ਦੇ ਵਿੱਚ ਫਿਲਹਾਲ ਪੋਜ਼ਿਟਿਵਿਟੀ ਰੇਟ ਘੱਟ ਹੈ ਤੇ ਉਹਨੂੰ ਇਸੇ ਤਰ੍ਹਾਂ ਘਟਾਇਆ ਜਾ ਸਕਦਾ। ਦੇਖੋ, ਪੰਜਾਬ 'ਚ ਪੋਜ਼ਿਟਿਵਿਟੀ ਰੇਟ ਜ਼ਰੂਰ ਘੱਟ ਹੈ ਇਸ ਵਕਤ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਇਸ ਪਾਸੇ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ। ਆ ਪਿੱਛੇ ਜੇ ਮੈਂ ਇੱਕ ਵਾਰੀ ਦਿੱਲੀ ਗਿਆ ਸੀ, ਮੈਨੂੰ ਪਤਾ ਲੱਗਿਆ ਕਹਿੰਦੇ ਉੱਥੇ ਕੋਵਿਡ ਦਾ ਟੈਸਟ ਕਰਾ ਕੇ ਜਾਣਾ ਪੈਂਦਾ ਜੀ। ਸੋ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਲਈ ਵੀ ਇਹ ਸ਼ਰਤਾਂ ਲਾਜ਼ਮੀ ਕੀਤੀਆਂ ਜਾਣ। ਜੇ ਕੋਈ ਹਰਿਆਣਿਓਂ ਆਉਂਦਾ ਹੈ, ਕੋਈ ਦਿੱਲੀੋਂ ਆਉਂਦਾ ਹੈ, ਤੇ ਲਾਜ਼ਮੀ ਕੀਤਾ ਜਾਵੇ ਉਹਦੇ ਲਈ ਵੀ ਟੈਸਟ। ਤੇ ਜ਼ਿਆਦਾ ਚੰਗੀ ਗੱਲ ਹੈ, ਨਹੀਂ ਤਾਂ ਸਰਹੱਦਾਂ ਦੇ ਉੱਤੇ ਸਰਕਾਰੀ ਟੀਮਾਂ ਤੈਨਾਤ ਕਰ ਦੇਣ। ਘੱਟੋ ਘੱਟ ਜਿਹੜਾ ਮੌਕੇ ਦਾ ਟੈਸਟ ਹੁੰਦਾ ਉਹ ਤਾਂ ਕਰ ਲੈਣ ਤੁਰੰਤ। ਅਗਰ ਕੋਈ ਬਿਮਾਰ ਹੋਊਗਾ ਜ਼ਿਆਦਾ ਤੇ ਤੁਰੰਤ ਉੱਥੇ ਪਤਾ ਤਾਂ ਲੱਗ ਜਾਊਗਾ। ਇਹੋ ਜਿਹੇ ਟੈਸਟਾਂ ਦੇ ਉੱਥੇ ਕੈਂਪ ਲਾ ਦੇਣ, ਜਿਵੇਂ ਸੁਵਿਧਾ ਸੈਂਟਰ ਨੇ ਉੱਥੇ ਮੌਕੇ ਤੇ ਲਾ ਦੇਣ, ਸ਼ੰਭੂ ਬਾਰਡਰ ਤੇ ਲਾ ਦੇਣ। ਆਪਣੇ ਤਾਂ ਪੰਜਾਬ 'ਚ ਜ਼ਿਆਦਾ ਦਾਖਲਾ ਸ਼ੰਭੂ ਬਾਰਡਰ ਤੋਂ ਹੈ। ਬਿਲਕੁਲ। ਜਿਹੜੇ ਵੀ ਦੂਸਰੇ ਹਰਿਆਣੇ ਦੇ ਰਸਤੇ ਸਾਡੇ ਪੰਜਾਬ 'ਚ ਆਉਂਦੇ ਨੇ, ਉਹ ਸਾਰਿਆਂ ਦੇ ਉੱਤੇ, ਵੱਡੇ ਰਸਤਿਆਂ ਦੇ ਉੱਤੇ ਇਸ ਤਰੀਕੇ ਦੇ ਕੈਂਪ ਬਣਾਏ ਜਾ ਸਕਦੇ ਨੇ। ਹਰਿਆਣੇ ਦੇ ਵਿੱਚ ਦੇਖੋ ਸਖਤੀ ਵੀ ਕੀਤੀ ਉਹਨਾਂ ਨੇ। ਹਰਿਆਣੇ 'ਚ ਕਹਿੰਦੇ ਹੁਣ 6 ਵਜੇ ਤੋਂ 23 ਅਪ੍ਰੈਲ ਤੋਂ ਬਾਅਦ 6 ਵਜੇ ਤੋਂ ਬਾਅਦ ਹੀ ਬਾਜ਼ਾਰ ਬੰਦ ਰਹਿਣਗੇ, ਕਿਉਂਕਿ 10,000 ਦੇ ਕਰੀਬ ਉੱਥੇ ਕੇਸ ਆ ਗਏ। ਹਰਿਆਣੇ ਦੇ ਗ੍ਰਹਿ ਮੰਤਰੀ ਨੇ ਜਿਹੜੇ ਅਨਿਲ ਵਿਜ, ਉਹਨਾਂ ਨੇ ਹੁਕਮ ਜਾਰੀ ਕੀਤੇ ਨੇ। ਇੱਕ ਤਾਂ ਹਰਿਆਣਾ ਦਿੱਲੀ ਦੇ ਨਾਲ ਹੈ, ਔਰ ਦਿੱਲੀ 'ਚ ਦੇਖੋ ਕਿੰਨੀ ਜ਼ਿਆਦਾ ਸਥਿਤੀ ਹੈ ਜਿਹੜੀ ਕੇਸਾਂ ਦੀ, ਕਾਫੀ ਜ਼ਿਆਦਾ। ਦਿੱਲੀ 'ਚ ਤਾਂ ਕੇਸ ਗਗਨ ਬਹੁਤ ਜ਼ਿਆਦਾ ਵਧੇ ਹੋਏ ਨੇ, ਆਪਾਂ ਨੂੰ ਪਤਾ ਹੀ ਹੈ। ਸਾਡੇ ਦਿੱਲੀ ਦੇ ਰਿਪੋਰਟਰ ਨੇ ਵੀ ਜਿਹੜੀ ਮੁਕੰਮਲ ਰਿਪੋਰਟ ਹੈ ਉਹ ਭੇਜੀ ਹੈ, ਉਹ ਵੀ ਮੈਂ ਇਸ ਵਕਤ ਤੁਹਾਨੂੰ ਦੱਸਦਾ। ਹੁਣ ਦਿੱਲੀ 'ਚ ਜਿਹੜੀਆਂ ਸਥਿਤੀਆਂ ਨੇ, ਦੇਖੋ ਲక్ష్ਮੀ ਨਗਰ ਦੇ ਇੱਕ ਹਸਪਤਾਲ ਨੇ, ਉੱਥੇ ਕਹਿੰਦੇ ਆਕਸੀਜਨ ਲਗਭਗ ਖਤਮ ਹੈ, ਔਰ ਉੱਥੇ ਹਸਪਤਾਲ 'ਚ 70 ਜਿਹੜੇ ਨੇ ਕੋਵਿਡ ਦੇ ਮਰੀਜ਼ ਨੇ, ਔਰ ਉਹਨਾਂ ਦੇ ਵਿੱਚੋਂ 2 ਦਰਜਨ ਤੋਂ ਜਿਹੜੇ ਜ਼ਿਆਦਾ ਨੇ ਉਹਨਾਂ ਦੀ ਹਾਲਤ ਥੋੜ੍ਹੀ ਜਿਹੀ ਸਥਿਰ ਨਹੀਂ ਹੈ। ਸੋ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਦੇ ਜਿਹੜੇ ਰਿਸ਼ਤੇਦਾਰ ਨੇ, ਪਰਿਵਾਰਜਨ ਨੇ, ਉਹਨਾਂ ਨੂੰ ਮਰੀਜ਼ ਦੂਸਰੇ ਹਸਪਤਾਲਾਂ 'ਚ ਸ਼ਿਫਟ ਕਰਨ ਦੀ ਬੇਨਤੀ ਕੀਤੀ ਹੈ ਵੀ ਤੁਸੀਂ ਵੀ ਲੱਭੋ ਕੋਈ ਹੋਰ ਹਸਪਤਾਲ ਜਿੱਥੇ ਆਕਸੀਜਨ ਵਗੈਰਾ ਹੋਵੇ। ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਇਹ ਵੀ ਜਿਹੜੀਆਂ ਨੇ ਸਾਹਮਣੇ ਆਈਆਂ ਨੇ। ਸੋ ਇਹ ਵੀ ਜ਼ਰੂਰ ਇਸ ਵਕਤ ਚਿੰਤਾ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੀ ਰਾਜਧਾਨੀ ਹੋਵੇ, ਜਿਹਦੇ ਬਾਰੇ ਮੁੱਖ ਮੰਤਰੀ ਕਹਿੰਦੇ ਨੇ ਵੀ ਸਾਡੇ ਮੁਹੱਲਾ ਕਲੀਨਿਕ, ਸਾਡੀਆਂ ਸਿਹਤ ਸਹੂਲਤਾਂ ਆਦਰਸ਼ ਨੇ। ਦੇਖੋ ਮਹਾਰਾਸ਼ਟਰ 'ਚ ਤਾਂ ਆਪਾਂ ਸੁਣਿਆ ਸੀ 50,000 ਤੋਂ ਵੱਧ ਕੇਸ ਆਈ ਜਾਂਦੇ। ਦਿੱਲੀ ਤਾਂ ਕੈਪੀਟਲ ਹੈ ਮੁਲਕ ਦੀ, ਦਿੱਲੀ 'ਚ ਕੇਂਦਰ ਦੀ ਵੀ ਸਰਕਾਰ ਹੈ, ਸੂਬੇ ਦੀ ਵੀ ਸਰਕਾਰ ਹੈ। ਦਿੱਲੀ 'ਚ ਆਕਸੀਜਨ ਦੇ ਸਿਲੰਡਰਾਂ ਦਾ ਖਤਮ ਹੋ ਜਾਣਾ ਬੜੀ ਹੈਰਾਨੀਜਨਕ ਗੱਲ ਹੈ। ਮੁਲਕ 'ਚ ਸਰਕਾਰਾਂ ਨੇ ਧਿਆਨ ਕਿਉਂ ਨਹੀਂ ਦਿੱਤਾ ਆਕਸੀਜਨ ਵਾਲੇ ਪਾਸੇ? ਤੁਸੀਂ ਦੱਸੋ। ਪਤਾ ਹੈ ਵੀ ਕੋਈ ਪੱਕਾ ਇਲਾਜ ਹੈ ਨਹੀਂ, ਇਲਾਜ ਵਿਅਕਤੀ ਦੇ ਅੰਦਰ ਹੀ ਹੈ। ਉਹ ਵਿਅਕਤੀ ਦੀ ਤਾਕਤ, ਜਿਸਮਾਨੀ ਤਾਕਤ ਨਾਲ ਹੀ ਵਿਅਕਤੀ ਨੇ ਠੀਕ ਹੋਣਾ ਹੈ। ਤੇ ਜਿਹੜੀ ਆਕਸੀਜਨ ਹੈ, ਆਕਸੀਜਨ ਤਾਂ ਉਪਲਬਧ ਕਰਾਈ ਜਾ ਸਕਦੀ ਹੈ ਵਿਅਕਤੀ ਨੂੰ ਤਾਕਤ ਦੇਣ ਲਈ। ਆਕਸੀਜਨ ਦੀ ਕਮੀ ਹੋ ਜਾਣੀ ਹੈ ਆਪਣੇ ਆਪ 'ਚ, ਮੈਨੂੰ ਲੱਗਦਾ ਗਗਨ, ਇਹ ਸਾਡੇ ਮੁਲਕ ਲਈ ਸ਼ਰਮਸਾਰ ਹੋਣ ਵਾਲੀ ਗੱਲ ਹੈ। ਸੋ ਸਾਡੀਆਂ ਸਰਕਾਰਾਂ ਨੂੰ ਹੱਥ ਤੇ ਹੱਥ ਧਰ ਕੇ ਨਹੀਂ ਬਹਿਣਾ ਚਾਹੀਦਾ। ਸੋ ਇਹ ਸ਼ਰਮਸਾਰ ਹੋਣ ਵਾਲੀ ਗੱਲ ਹੈ। ਸਰਕਾਰਾਂ ਨੂੰ ਵੀ ਸ਼ਰਮ ਮੰਨਣੀ ਚਾਹੀਦੀ ਹੈ ਤੇ ਹੁਣ ਜੁਟ ਜਾਣਾ ਚਾਹੀਦਾ ਵੀ ਅਸੀਂ ਕਿਤੇ ਨਾ ਕਿਤੇ ਆਕਸੀਜਨ ਹੁਣ ਮੰਗਾ ਲਓ ਬਾਹਰੋਂ। ਆਕਸੀਜਨ ਜਿਹੜੇ ਮੁਲਕਾਂ ਨੂੰ ਆਪਾਂ ਲੋੜ ਪੈਣ ਤੇ ਦਿੱਤੀ ਹੈ, ਹੁਣ ਮੰਗਾ ਲਓ ਬਾਹਰੋਂ ਆਕਸੀਜਨ ਦੇ ਜਹਾਜ਼ 'ਚ ਸਿਲੰਡਰ ਰੱਖ ਕੇ ਲਿਆਓ ਬਾਹਰੋਂ। ਸੋ ਆਕਸੀਜਨ ਦਿੱਤੀ ਜਾਣੀ ਚਾਹੀਦੀ ਹੈ। ਆਕਸੀਜਨ ਦੀ ਕਮੀ ਕਰਕੇ ਕੋਈ ਵਿਅਕਤੀ ਦੁਨੀਆ ਤੋਂ ਚਲਾ ਜਾਵੇ, ਇਹ ਸੱਚਮੁੱਚ ਇਹ ਹਰ ਮਾਡਲ ਦੇ ਉੱਤੇ ਅਸਫਲਤਾ ਹੈ। ਇਹ ਗੁਜਰਾਤ ਮਾਡਲ ਦੀ ਵੀ ਅਸਫਲਤਾ ਹੈ, ਦਿੱਲੀ ਮਾਡਲ ਦੀ ਵੀ ਅਸਫਲਤਾ ਹੈ, ਤੇ ਕੇਂਦਰ ਦੇ ਮਾਡਲ ਦੀ ਵੀ ਅਸਫਲਤਾ ਹੈ। ਐਵੇਂ ਮਾਡਲਾਂ ਵਾਲੀਆਂ ਗੱਲਾਂ ਲੀਡਰਾਂ ਨੂੰ ਕਰਨੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਵੀ ਆਹ ਦਿੱਲੀ ਮਾਡਲ ਲਿਆਓ, ਆਹ ਗੁਜਰਾਤ ਮਾਡਲ ਲਿਆਓ। ਦੇਸ਼ ਦਾ ਮਾਡਲ ਕੋਈ ਬਣੇ ਨਾ, ਫੇਰ ਗੱਲ ਆਵੇ। ਹੁਣ ਦੇਸ਼ ਦਾ ਮਾਡਲ ਕਿੱਥੋਂ ਬਣਨਾ ਸੀ ਵੀ ਆਹ ਦੇਖੋ ਅਸੀਂ ਯੋਧਿਆਂ ਦੀ ਤਰ੍ਹਾਂ ਲੜਾਈ ਲੜ ਰਹੇ ਹਾਂ ਕੋਵਿਡ ਦੇ ਖਿਲਾਫ। ਆਹ ਹਥਿਆਰ ਸੁੱਟ ਗਏ ਸਰਕਾਰੀ ਲੋਕ, ਤਾਂ ਸਰਕਾਰੀ ਲੋਕ ਮਤਲਬ ਲੀਡਰ, ਅਫਸਰ ਤੇ ਆਮ ਲੋਕ ਤਾਂ ਡਟੇ ਹੋਏ ਨੇ। ਲੀਡਰ ਹਥਿਆਰ ਸੁੱਟ ਕੇ ਰੈਲੀਆਂ ਵਾਲੇ ਪਾਸੇ ਲੱਗ ਗਏ ਸੀ। ਸੋ ਹੁਣ ਜਾਗੇ ਨੇ ਜਦੋਂ ਆંકੜੇ 3 ਲੱਖ ਤੋਂ ਪਾਰ ਹੋ ਗਏ। ਸੋ ਦੇਰ ਨਾਲ ਜਾਗਣਾ ਵੀ ਕਈ ਵਾਰੀ ਚੰਗਾ ਨਹੀਂ ਹੁੰਦਾ। ਡੱਲਾ ਸਾਹਿਬ, ਇੱਕ ਗੱਲ ਜਿਹੜੀ ਕਿਸਾਨਾਂ ਦੇ ਵੱਲ ਵੀ ਜਾਵਾਂਗੇ, ਉਹਨਾਂ ਨੇ ਜਿਹੜੀ ਮਨਾ ਕੀਤੀ ਹੈ, ਪਰ ਉਸ ਤੋਂ ਪਹਿਲਾਂ ਗੱਲ ਮੈਂ ਇੱਕ
ਅਜਿਹੇ ਸਿਆਸੀ ਆਗੂ ਦੀ ਵੀ ਕਰਾਂਗੇ ਜਿਹਨੇ ਆਪਣੇ ਘਰ ਦੀ ਆਫਰ ਕੀਤੀ ਹੈ ਕਿ ਜੇਕਰ ਮਰੀਜ਼ਾਂ ਨੂੰ ਰੱਖਣਾ ਕਰੋਨਾ ਦਿਆਂ ਨੂੰ ਤਾਂ ਮੈਂ ਆਪਣਾ ਘਰ ਵੀ ਜਿਹੜੀ ਪੇਸ਼ਕਸ਼ ਜ਼ਰੂਰ ਕਰ ਰਿਹਾ। ਇਹਨੂੰ ਤੁਸੀਂ ਕਿੱਦਾਂ ਵੇਖ ਰਹੇ? ਬੜੀ ਚੰਗੀ ਗੱਲ ਹੈ ਜੀ। ਦੇਖੋ, ਇਹ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਤੋਂ ਨੇ, ਆਲ ਇੰਡੀਆ ਕਾਂਗਰਸ ਕਮੇਟੀ ਦੇ ਇੱਕ ਆਗੂ ਨੇ ਸੁਧੀਰ ਸ਼ਰਮਾ। ਉਹਨਾਂ ਨੇ ਉਹਨਾਂ ਦੇ ਘਰ 'ਚ ਕਹਿੰਦੇ 50 ਕੁ ਮਰੀਜ਼ ਨੇ ਜਿਹੜੇ ਉਹਨਾਂ ਦਾ ਇਲਾਜ ਕੀਤਾ ਜਾ ਸਕਦਾ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹਿਤਾ ਵੀ ਮੇਰਾ ਘਰ ਸਾਂਭ ਲਓ, ਇੱਥੇ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਦਾ ਕੇਂਦਰ ਬਣਾ ਲਓ। ਦੇਖੋ ਕਿੱਡੀ ਵੱਡੀ ਗੱਲ ਸੁਧੀਰ ਸ਼ਰਮਾ ਨੇ ਕੀਤੀ ਹੈ, ਕਾਂਗਰਸ ਦੇ ਆਗੂ ਨੇ। ਸਾਡੇ ਕਿੰਨੇ ਲੀਡਰ ਨੇ ਜਿਨ੍ਹਾਂ ਦੀਆਂ ਕੋਠੀਆਂ ਬੰਗਲੇ ਵਿਹਲੇ ਪਏ ਆ, ਲੋਕਾਂ ਨੂੰ ਹਸਪਤਾਲ ਨਹੀਂ ਲੱਭਦੇ, ਬੰਗਲਿਆਂ 'ਚ ਕਿੰਨੇ ਕਿੰਨੇ ਕਮਰੇ ਨੇ। ਬਹੁਤ ਹੀ ਸਿਆਸਤਦਾਨਾਂ ਨੇ, ਬੜੇ ਸਿਆਸਤਦਾਨ ਨੇ ਜੀ, ਕਈਆਂ ਦੇ ਐਡੇ ਐਡੇ ਹੋਟਲ ਨੇ। ਆ ਹੋਟਲ ਦੇ ਦੇਣ ਆਪਣੇ, ਆ ਪੰਜਾਬ 'ਚ ਵੀ ਨੇ ਕਈ ਲੀਡਰ ਵੱਡੇ ਵੱਡੇ ਹੋਟਲਾਂ ਵਾਲੇ, ਲਾ ਦੇਣ ਅਪੀਲ ਅੱਜ ਵੀ ਆ ਵੱਡਾ ਹੋਟਲ ਹੈ ਜਿਹੜਾ ਅਸੀਂ ਜ਼ਰੂਰਤਮੰਦ ਲੋਕਾਂ ਲਈ ਇੱਥੇ ਬਣਾਓ ਜੀ, ਕੋਵਿਡ ਕੇਅਰ ਸੈਂਟਰ। ਤੇ ਦੇਖੋ ਫਿਰ ਕਿੱਡਾ ਪੁੰਨ ਉਹ ਕਮਾਉਣਗੇ। ਸੋ ਲੀਡਰ ਇਹੋ ਜਿਹੀਆਂ ਉਦਾਹਰਨਾਂ ਪੇਸ਼ ਕਰਨ, ਮਿਸਾਲਾਂ ਜਿਵੇਂ ਸੁਧੀਰ ਸ਼ਰਮਾ ਨੇ ਪੇਸ਼ ਕੀਤੀ ਹੈ। ਆਪਣਾ ਘਰ ਉਹਨਾਂ ਨੇ ਦੇਤਾ। ਸੋ ਬਾਕੀ ਹੁਣ ਪ੍ਰਸ਼ਾਸਨ ਉਸ ਘਰ ਨੂੰ ਲੋੜ ਸਮੇਂ ਵਰਤਦਾ ਜਾਂ ਨਹੀਂ, ਇਹ ਪ੍ਰਸ਼ਾਸਨ 'ਤੇ ਨਿਰਭਰ ਕਰਦਾ। ਪਰ ਦੇਖੋ ਉਹਨਾਂ ਨੇ ਤਾਂ ਆਫਰ ਕਰਤੀ ਨਾ, ਔਰ ਦੇਖਾ ਦੇਖੀ ਮੈਨੂੰ ਲੱਗਦਾ ਹੋਰ ਵੀ ਲੀਡਰ ਅਗਰ ਕਰ ਦੇਣ ਵੀ ਚੱਕੋ ਸਾਡੇ ਘਰ ਜੀ ਸਾਂਭੋ ਡੀਸੀ ਸਾਹਿਬ ਕੁੰਜੀਆਂ, ਤੇ ਕਿੱਡੀ ਮਦਦ ਮਿਲੇਗੀ ਲੋਕਾਂ ਨੂੰ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਗੱਲ ਕਿਸਾਨ ਅੰਦੋਲਨ ਦੀ ਵੀ ਕਰਾਂਗੇ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹੁਣ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਟੈਸਟਿੰਗ ਨਹੀਂ ਕਰਾਵਾਂਗੇ, ਤੇ ਇਸ ਤੋਂ ਬਾਅਦ ਹੁਣ ਵੱਖੋ ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋਏ ਨੇ। ਕੀ ਲੱਗਦਾ ਕਿ ਹੁਣ ਕਿਸਾਨ ਅੰਦੋਲਨ ਦਾ ਹੱਲ ਵੈਕਸੀਨ ਟੈਸਟਿੰਗ ਦੇ ਜ਼ਰੀਏ ਕੱਢਿਆ ਜਾ ਸਕਦਾ ਕਿਸੇ ਤਰੀਕੇ? ਦੇਖੋ, ਜਿਹੜਾ ਚੜੂਨੀ ਨੇ ਸਰਕਾਰ ਨੂੰ ਇਹ ਕਿਹਾ ਨਾ ਵੀ ਅਸੀਂ ਕਿਸਾਨ ਅੰਦੋਲਨ 'ਚ ਟੈਸਟ ਨਹੀਂ ਕਰਵਾਵਾਂਗੇ, ਦੇਖੋ ਇਹ ਕਿਉਂਕਿ ਪੰਗਾ ਚੱਲ ਰਿਹਾ ਸਰਕਾਰ ਨਾਲ ਹੈ ਜੀ। ਕਿਸਾਨਾਂ ਨੇ ਗੱਲ ਕਹੀ ਹੈ, ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਟੈਸਟ ਨਹੀਂ ਕਰਾਉਣਾ। ਕੱਲ ਉਹਨਾਂ ਨੇ ਕਿਹਾ ਸੀ, ਰਕੇਸ਼ ਟਕੈਤ ਨੇ ਵੀ ਕਿਹਾ ਸੀ ਪਰਸੋਂ, ਕਹਿੰਦੇ ਤੁਸੀਂ ਅਗਰ ਟੀਕਾਕਰਨ ਕਰਨਾ ਹੈ, ਕਿਸਾਨਾਂ ਦੇ ਟੀਕੇ ਲਾਉਣੇ ਨੇ ਵੈਕਸੀਨ ਦੇ, ਉਹਦਾ ਕੋਈ ਪ੍ਰਬੰਧ ਸੋਚਿਆ ਜਾ ਸਕਦਾ ਜੀ। ਹੁਣ ਦੋ ਗੱਲਾਂ ਨੇ। ਹੁਣ ਜੇ ਸਰਕਾਰ ਕਵੇ ਵੀ ਅਸੀਂ ਕਿਸਾਨ ਅੰਦੋਲਨ ਦੇ ਕਿਸਾਨਾਂ ਦੀ ਟੈਸਟਿੰਗ ਕਰਨੀ ਹੈ, ਤੇ ਫਿਰ ਸਰਕਾਰ ਇਹ ਕਵੇ ਵੀ ਰੈਲੀਆਂ 'ਚ ਟੈਸਟਿੰਗ ਕਿਉਂ ਨਹੀਂ ਕੀਤੀ ਲੋਕਾਂ ਦੀ? ਆ ਪੱਛਮੀ ਬੰਗਾਲ 5 ਸੂਬਿਆਂ 'ਚ ਜਿਹੜੀਆਂ ਰੈਲੀਆਂ ਹੋਈਆਂ ਹੈ, ਸਰਕਾਰ ਜਾਂ ਤਾਂ ਰੈਲੀਆਂ 'ਚ ਵੀ ਟੈਸਟਿੰਗ ਕਰਦੀ ਵੀ ਤੁਸੀਂ ਰੈਲੀਆਂ 'ਚ ਆਓ, ਜੀ ਸਦਕੇ ਆਓ, ਪਰ ਅਸੀਂ ਟੈਸਟ ਕਰਾਂਗੇ ਜੀ। ਫਿਰ ਤਾਂ ਕਿਸਾਨ ਅੰਦੋਲਨ ਅਗਰ ਇਨਕਾਰ ਕਰਦਾ ਫਿਰ ਮੈਂ ਗਲਤ ਕਹਿਣਾ ਸੀ। ਹੁਣ ਵੀ ਮੇਰਾ ਇਹ ਮੰਨਣਾ ਹੈ ਕਿ ਕਿਸਾਨ ਅੰਦੋਲਨ ਨੂੰ ਘੱਟੋ ਘੱਟ ਜਿਹੜੇ ਲੋਕ ਬਿਮਾਰ ਨੇ, ਜੇ ਕਿਸੇ ਨੂੰ ਬੁਖਾਰ ਹੈ, ਜੇ ਕਿਸੇ ਦਾ ਸਰੀਰ ਟੁੱਟਦਾ, ਜੇ ਕਿਸੇ ਨੂੰ ਖਾਂਸੀ ਹੈ, ਤਾਂ ਕਿਸਾਨ ਅੰਦੋਲਨ ਨੂੰ ਜ਼ਰੂਰ ਉਹਨਾਂ ਲੋਕਾਂ ਦੇ ਟੈਸਟ ਕਰਨ ਦੀ, ਕਰਵਾਉਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਨਿਰੀ ਪੂਰੀ ਜਿੱਦ ਵੀ ਚੰਗੀ ਨਹੀਂ ਹੁੰਦੀ ਕਿਉਂਕਿ ਇਹ ਨਹੀਂ ਅਸੀਂ ਕਹਿ ਸਕਦੇ ਵੀ ਕੋਵਿਡ ਹੈ ਨਹੀਂ, ਕੋਵਿਡ ਹੈਗਾ। ਸਾਡੇ ਕਿਸਾਨ ਅੰਦੋਲਨ 'ਚ ਬੈਠੇ ਜਿਹੜੇ ਲੋਕ ਨੇ, ਅਗਰ ਉਹਨਾਂ 'ਚੋਂ ਵੀ ਕੋਈ ਬਿਮਾਰ ਹੋਏ ਤੇ ਉੱਥੇ ਵੀ ਵੱਧ ਸਕਦਾ ਤੇ ਫੈਲ ਸਕਦਾ। ਅਸੀਂ ਇਹ ਨਾ ਸੋਚੀਏ ਵੀ ਇਹ ਕਿਸੇ ਨੂੰ ਨਹੀਂ ਹੁੰਦਾ। ਸਾਡੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਹੋ ਗਿਆ। ਦੇਖੋ ਆ ਏ.ਕੇ. ਵਾਲੀਆ ਦਿੱਲੀ ਦੇ ਸਾਬਕਾ ਹੈਲਥ ਮਿਨਿਸਟਰ ਸੀ, ਸ਼ੀਲਾ ਦੀਕਸ਼ਿਤ ਦੀ ਸਰਕਾਰ 'ਚ ਹੈਲਥ ਮਿਨਿਸਟਰ ਸੀ, ਡਾਕਟਰ ਸੀਗੇ। ਏ.ਕੇ. ਵਾਲੀਆ ਆਪ ਡਾਕਟਰ ਸੀਗੇ, ਬਿਲਕੁਲ 72 ਸਾਲ ਦੀ ਉਮਰ ਸੀ, ਚੜ੍ਹਾਈ ਕਰ ਗਏ। ਅੱਜ ਸਵੇਰੇ ਸਵੇਰੇ ਖਬਰਾਂ ਆਈਆਂ ਸੀਪੀਐਮ ਦੇ ਇੱਕ ਆਗੂ ਦੇ ਸੁਪੁੱਤਰ ਦੇ ਵੀ ਜਿਹੜੀ ਕਹਿੰਦੇ ਕਿ ਦੇਹਾਂਤ ਜਿਹੜਾ ਕਰੋਨਾ ਦੇ ਨਾਲ। ਤੁਸੀਂ ਦੇਖੋ ਨਾ, ਅਸੀਂ ਇਸ ਕਰਕੇ ਮਤਲਬ ਇਹ ਕਿਸੇ ਨੂੰ ਵੀ ਹੋ ਸਕਦਾ। ਸੋ ਜਿਹੜੇ ਕਿਸਾਨ ਅੰਦੋਲਨ ਨੇ ਸਪਸ਼ਟ ਕਹਿਤਾ ਵੀ ਅਸੀਂ ਟੈਸਟ ਨਹੀਂ ਕਰਾਉਣੇ। ਸੋ ਕਿਸਾਨ ਅੰਦੋਲਨ ਇਹ ਜ਼ਰੂਰ ਕਵੇ ਕਿ ਜੇ ਕਿਸੇ ਨੂੰ ਖਾਂਸੀ ਹੈ, ਸਾਡੇ ਕਿਸੇ ਦਾ ਹੱਡ ਦੁਖਦੇ, ਸਰੀਰ ਦੁਖਦਾ ਹੈ, ਕੋਈ ਬੁਖਾਰ ਹੈ, ਤੇ ਪਹਿਲ ਦੇ ਆਧਾਰ ਤੇ ਉਹਨਾਂ ਦੇ ਟੈਸਟ ਕਰਾਉਣੇ ਚਾਹੀਦੇ ਨੇ। ਇਹ ਕਿਸਾਨ ਅੰਦੋਲਨ ਵਾਲੇ ਆਪ ਵੀ ਪਛਾਣ ਕਰ ਲੈਣ ਵੀ ਇਹ ਸਾਰੇ ਜਿਹੜੇ ਸਾਡੇ ਬਜ਼ੁਰਗ ਮਾਤਾਵਾਂ ਬੀਬੀਆਂ ਜਿਨ੍ਹਾਂ ਨੂੰ ਜ਼ਰੂਰਤ ਹੈ, ਅਸੀਂ ਉਹਨਾਂ ਦੇ ਟੈਸਟ ਕਰਾ ਲਈਏ ਤਾਂ ਕਿ ਨਿਸ਼ਚਿੰਤ ਹੋ ਜਾਈਏ। ਅਗਰ ਉਹ ਠੀਕ ਨੇ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ, ਅਗਰ ਉਹ ਨਹੀਂ ਠੀਕ ਤਾਂ ਘੱਟੋ ਘੱਟ ਉਹਨਾਂ ਨੂੰ ਇਕਾਂਤਵਾਸ ਤਾਂ ਦਿੱਤਾ ਜਾ ਸਕਦਾ। ਤੁਸੀਂ ਹਸਪਤਾਲ 'ਚ ਨਹੀਂ ਭੇਜਣਾ, ਕਿਸੇ ਟਰਾਲੀ 'ਚ ਰੱਖ ਲਓ ਇਕਾਂਤਵਾਸ 'ਚ, ਬਿਲਕੁਲ ਹੈ ਜੀ। ਪਰ ਇਹ ਬਿਮਾਰੀ ਨੂੰ ਇੰਨੀ ਹਲਕੇ 'ਚ ਨਹੀਂ ਲੈਣਾ ਚਾਹੀਦਾ ਵੀ ਅਸੀਂ ਕਿਸਾਨ ਅੰਦੋਲਨਾਂ ਤੇ ਸਾਡੇ 'ਚ ਕੋਵਿਡ ਨਹੀਂ ਆ ਸਕਦਾ, ਇਹ ਨਹੀਂ ਸੋਚਣਾ ਚਾਹੀਦਾ। ਬਿਲਕੁਲ ਇਹ ਵੀ ਨਹੀਂ ਸੋਚਣਾ ਚਾਹੀਦਾ ਵੀ ਸਾਰਾ ਕੁਝ ਸਰਕਾਰ ਸਾਜ਼ਿਸ਼ ਦੇ ਤਹਿਤ ਹੀ ਕਰੂ ਵੀ ਅਸੀਂ ਕਿਸਾਨ ਅੰਦੋਲਨ 'ਚ ਹੀ ਜਾ ਕੇ ਟੈਸਟ ਕਰਨੇ ਆ। ਜੇ ਸਰਕਾਰਾਂ ਐਡੀਆਂ ਸਿਆਣੀਆਂ ਹੁੰਦੀਆਂ ਤੇ ਰੈਲੀਆਂ 'ਚ ਟੈਸਟਾਂ ਕਰ ਲੈਂਦੀਆਂ। ਬਿਲਕੁਲ ਜੇ ਸਰਕਾਰਾਂ ਐਡੀਆਂ ਸਿਆਣੀਆਂ ਹੁੰਦੀਆਂ ਤੇ ਰੈਲੀ 'ਚ ਟੈਸਟ ਕਰ ਲੈਂਦੀਆਂ। ਜੇ ਸਰਕਾਰਾਂ ਐਡੀਆਂ ਸਿਆਣੀਆਂ ਹੁੰਦੀਆਂ ਤੇ ਸਿਲੰਡਰਾਂ ਦੀ ਕਮੀ ਆਉਂਦੀ ਆਕਸੀਜਨ ਦੇ। ਬਿਲਕੁਲ ਹੈ ਜੀ। ਔਰ ਸਾਡੇ ਮੁਲਕ 'ਚ ਤਾਂ ਸਿਲੰਡਰਾਂ ਤੇ ਸਿਆਸਤ ਕਿੱਡੀ ਹੁੰਦੀ ਹੈ। ਸਾਡੇ ਮੁਲਕ 'ਚ ਤਾਂ ਸਿਲੰਡਰ ਵੋਟਾਂ ਦਾ ਸਾਧਨ ਨੇ।
ਲੋਕਾਂ ਦੀ ਸਹੂਲਤ ਹੈ, ਲੀਡਰਾਂ ਦੀ ਵੋਟ ਹੈ। ਸੋ ਇਸ ਕਰਕੇ ਸਰਕਾਰਾਂ ਸੱਚਮੁੱਚ ਸਮਝ ਹੀ ਨਹੀਂ ਸਕੀਆਂ ਵੀ ਆਕਸੀਜਨ ਦੀ, ਸਿਲੰਡਰ ਦੀ ਅਹਿਮੀਅਤ ਕੀ ਹੈ। ਬਿਲਕੁਲ। ਸੋ ਮੈਨੂੰ ਇਹ ਲੱਗਦਾ ਕਿ ਇਹਦੇ ਤੇ ਕੋਈ ਖੋਜ ਨਹੀਂ ਹੈਗੀ, ਕੋਈ ਖੋਜ ਨਹੀਂ, ਪਰ ਆਮ ਕਿਹਾ ਜਾਂਦਾ ਵੀ ਜਿਹੜਾ ਪਿੱਪਲ ਦਾ ਬੂਟਾ ਹੈ ਉਹ ਰਾਤ ਨੂੰ ਵੀ ਆਕਸੀਜਨ ਛੱਡਦਾ। ਜੀ। ਸੋ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਅਸੀਂ ਸਾਡੇ ਪਿੰਡਾਂ ਪੁੰਡਾਂ ਵਾਲੇ ਆ, ਜਿੰਨੇ ਪਿੱਪਲ ਸਾਡੇ ਬਹੁਤ ਲੱਗੇ ਆ, ਵੀ ਜ਼ਰੂਰ ਘੰਟਾ 2-2 ਘੰਟੇ ਪਿੱਪਲ ਥੱਲੇ ਵੀ ਬਹਿਣਾ ਚਾਹੀਦਾ ਤਾਂ ਕਿ ਆਕਸੀਜਨ ਅੰਦਰ ਜਾਵੇ ਚੰਗੀ। ਜੇ ਕਿਸੇ ਨੂੰ ਬੁਖਾਰ ਬਖੂਰ ਹੁੰਦਾ ਹੈ, ਕੱਲਾ ਜਾਂ ਕੋਈ ਕੱਲਾ, ਸਾਰੇ ਨਹੀਂ ਵੀ ਸਾਰੇ ਭੀੜ ਇਕੱਠੀ ਹੋ ਜਾਏ ਪਿੱਪਲ ਥੱਲੇ। ਜੀ। ਸੋ ਦੇਖੋ, ਇਹ ਮਾਨਤਾ ਪੁਰਾਣੀ ਕਿ ਇਹ ਦਰਖਤ ਨੇ ਜਿਹੜੇ ਆਕਸੀਜਨ ਜ਼ਿਆਦਾ ਛੱਡਦੇ ਨੇ। ਉਂਝ ਤਾਂ ਪਿੱਪਲ ਬਾਰੇ ਕਿਹਾ ਜਾਂਦਾ ਕਿ ਉਹ ਰਾਤ ਨੂੰ ਵੀ ਆਕਸੀਜਨ ਛੱਡਦਾ, ਬਾਕੀ ਦਰਖਤ ਦਿਨੇ ਆਕਸੀਜਨ ਛੱਡਦੇ ਨੇ। ਸੋ ਪਿੰਡਾਂ 'ਚ ਜਿਹੜੇ ਸਾਡੇ ਲੋਕ ਦਰਖਤਾਂ ਥੱਲੇ ਬੈਠਦੇ ਨੇ, ਦਰਖਤਾਂ 'ਚ ਰਹਿੰਦੇ ਨੇ, ਹਰਿਆਵਲ 'ਚ ਰਹਿੰਦੇ ਨੇ, ਨਿਸ਼ਚਿਤ ਤੌਰ ਦੇ ਉੱਤੇ ਉਹਨਾਂ ਨੂੰ ਆਕਸੀਜਨ ਹੈ ਜਿਹੜੀ ਉਹ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਸ਼ੁੱਧ ਮਿਲਦੀ ਹੈ। ਸ਼ਹਿਰ 'ਚ ਤਾਂ ਧੂਆਂ ਅੰਦਰ ਜਾਂਦਾ ਸਾਹ ਨਾਲ, ਬਿਲਕੁਲ। ਆ ਦਿੱਲੀ 'ਚ ਤਾਂ ਧੂਆਂ ਅੰਦਰ ਜਾਂਦਾ ਸਾਹ ਨਾਲ, ਹੈ ਜੀ। ਬਿਲਕੁਲ। ਸੋ ਇਹ ਅਪਡੇਟ ਜਿਹੜੇ ਖਾਸ ਜ਼ਰੂਰ ਨੇ, ਪਰ ਇਸ ਨੂੰ ਸਮਝਣ ਦੀ ਵੀ ਲੋੜ ਹੈ ਕਿਉਂਕਿ ਲਗਾਤਾਰ ਜਿਹੜੇ ਹਾਲਾਤ ਨੇ ਪੂਰੇ ਭਾਰਤ ਦੇ ਵਿੱਚ, ਅਸੀਂ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਹਾਨੂੰ, ਪਰ ਇੱਕ ਸਾਵਧਾਨ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿਉਂਕਿ ਜੋ ਹਾਲਾਤ ਉਹ ਜ਼ਰੂਰ ਮਾੜੇ ਨੇ। ਇਹਨਾਂ ਹਾਲਾਤਾਂ ਦੇ ਕੋਲੋਂ ਜੇਕਰ ਬਚਣਾ ਹੈ, ਆਪਣੇ ਆਪ ਨੂੰ ਇੱਕ ਤਾਂ ਸਟਰੋਂਗ ਕਰੀਏ ਤੇ ਨਾਲ ਹੀ ਆਪਣਾ ਖਾਣ ਪੀਣ ਜ਼ਰੂਰ ਸਹੀ ਕਰੀਏ। ਬਿਲਕੁਲ। ਦਿੱਲੀ 'ਚ ਕੇਜਰੀਵਾਲ ਕਹਿੰਦੇ 7000 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਹੈ। ਸੋ 7000 ਟਨ ਆਕਸੀਜਨ ਦੀ ਲੋੜ ਹੈ ਦਿੱਲੀ ਦੇ ਵਿੱਚ। ਸੋ ਕੇਜਰੀਵਾਲ ਸਾਹਿਬ ਨੂੰ ਜਿਸ ਤੇਜ਼ੀ ਦੇ ਨਾਲ ਵੱਧ ਰਹੇ ਸੀ ਕੇਸ, ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਪਹਿਲਾਂ ਹੀ ਆਪ ਉਪਲਬਧਤਾ ਬਣਾ ਲੈਣੀ ਚਾਹੀਦੀ ਸੀ। ਜੀ। ਦਿੱਲੀ ਸਰਕਾਰ ਆਕਸੀਜਨ ਦੇ ਸਿਲੰਡਰ ਖਰੀਦ ਸਕਦੀ ਸੀ। ਡੱਲਾ ਸਾਹਿਬ ਇੱਥੇ ਸਮੇਂ ਸਿਰ। ਕੇਜਰੀਵਾਲ ਸਾਹਿਬ ਨੇ ਇਹ ਵੀ ਕਿਹਾ, ਕਹਿੰਦੇ ਕਿ ਇਹ ਜਿਹੜੀ ਆਕਸੀਜਨ ਆ, ਅਸੀਂ ਕੋਈ ਵੀ ਸੂਬਾ ਆਪਣੇ ਪੱਧਰ ਦੇ ਉੱਤੇ ਤਿਆਰ ਨਹੀਂ ਕਰਦਾ, ਇਹ ਵੱਖੋ ਵੱਖਰੇ ਸੂਬਿਆਂ 'ਚੋਂ ਤਿਆਰ ਹੋ ਕੇ ਜਿਹੜੀ ਇਹਨਾਂ ਨੇ ਮੰਗ ਹੁਣ ਕੀਤੀ ਹੈ ਵੀ ਸਾਨੂੰ 700 ਮੀਟ੍ਰਿਕ ਟਨ ਚਾਹੀਦੀ ਹੈ, ਜਦੋਂ ਇਹ ਕੇਜਰੀਵਾਲ ਸਾਹਿਬ ਦੇ ਬਿਆਨ ਹੁਣ ਕਿਉਂ ਆਉਣ ਲੱਗੇ 2-3 ਦਿਨਾਂ ਦੇ, ਜਦੋਂ ਦੀ ਆਕਸੀਜਨ ਦੀ ਕਮੀ ਹੋਈ ਹੈ? ਇਹਦਾ ਮਤਲਬ ਹੈ ਪਹਿਲਾਂ ਉਹਨਾਂ ਨੂੰ ਆਕਸੀਜਨ ਦੇ ਸੰਬੰਧ ਦੇ ਵਿੱਚ ਤਿਆਰੀ ਨਹੀਂ ਸੀ। ਜੀ। ਪਿਛਲੇ ਸਾਲ ਵੀ ਤਾਂ ਕੋਵਿਡ ਆਇਆ ਨਾ, ਪਿਛਲੇ ਸਾਲ ਵੀ ਆਕਸੀਜਨ ਦੇ ਸਿਲੰਡਰਾਂ ਵਾਲੇ ਬੈੱਡ ਬਣੇ, ਪਤਾ ਸੀ ਵੀ ਆਕਸੀਜਨ ਦੀ ਲੋੜ ਹੈ। ਤੇ ਜਦੋਂ ਇਹ ਚਿੰਤਾਵਾਂ, ਇਸ਼ਤਿਹਾਰ ਦੇਖੋ ਟੀਵੀਆਂ ਤੇ ਕਿਵੇਂ ਚੱਲ ਰਹੇ ਆ ਕੇਜਰੀਵਾਲ ਸਾਹਿਬ ਦੇ, ਬਿਲਕੁਲ ਥੋੜੀ ਦੇਰ ਬਾਅਦ ਟੀਵੀ ਤੇ ਰੇਡੀਓ ਤੇ ਇਸ਼ਤਿਹਾਰ ਆ ਜਾਂਦੇ ਆ ਨਾ ਜੀ। ਇਹਦਾ ਮਤਲਬ ਹੈ ਇਸ਼ਤਿਹਾਰ ਦੇਣ ਦਾ ਪਤਾ ਸੀ, ਇਸ਼ਤਿਹਾਰ ਵੀਡੀਓ ਬਣਾਏ ਗਏ, ਵੀਡੀਓ ਜਾਰੀ ਕੀਤੇ ਗਏ, ਸਰਕਾਰੀ ਖਜ਼ਾਨੇ ਚੋਂ ਪੈਸਾ ਗਿਆ। ਇਹਦਾ ਮਤਲਬ ਹੈ ਕੱਲੇ ਕੇਜਰੀਵਾਲ ਦੀ ਗੱਲ ਨਹੀਂ, ਕੇਂਦਰ ਸਰਕਾਰ ਦੀ ਗੱਲ ਵੀ ਮੈਂ ਨਾਲ ਕਹਿਣਾ। ਕੇਂਦਰ ਵਾਲਿਆਂ ਨੇ ਵੀ ਬੜੇ ਇਸ਼ਤਿਹਾਰ ਦਿੱਤੇ, ਵੱਡੇ ਜੀ, ਮੂੰਹ ਤੇ ਐਡੀਆਂ ਮਾਸਕ ਲਾ ਲਾ, ਐਡੀਆਂ ਫੋਟੋਆਂ ਲਾ ਕੇ ਇਸ਼ਤਿਹਾਰ ਦਿੱਤੇ ਵੱਡੇ। ਇਸ਼ਤਿਹਾਰਾਂ ਦਾ ਪਤਾ ਸੀ, ਆਕਸੀਜਨ ਦਾ ਨਹੀਂ ਸੀ ਪਤਾ। ਇਹ ਕਿੱਦਾਂ ਹੋ ਸਕਦਾ? ਬਿਲਕੁਲ। ਤੇ ਗੱਲ ਜੇ ਕਿਸੇ ਨੇ ਆਕਸੀਜਨ ਦਾ ਨਹੀਂ ਦੱਸਿਆ ਇਹਨਾਂ ਨੂੰ, ਫਿਰ ਉਹਨਾਂ ਨੂੰ ਸਜ਼ਾ ਦੇਣ ਵੀ ਤੁਸੀਂ ਜ਼ਿੰਮੇਦਾਰ ਹੋ ਭਾਈ, ਤੁਸੀਂ ਆਕਸੀਜਨ ਸਾਨੂੰ ਕਿਉਂ ਨਹੀਂ ਦੱਸੀ, ਅਸੀਂ ਕਿਹੜਾ ਡਾਕਟਰ ਹਾਂ। ਬਿਲਕੁਲ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਸਾਡੇ ਵਿਦਿਆਰਥੀ ਨਲਾਇਕ ਹੈ ਗਗਨ। ਅਧਿਆਪਕਾਂ ਨੇ ਤਾਂ ਪੜ੍ਹਾਇਆ ਖੂਬ, ਡਾਕਟਰਾਂ ਨੇ ਤਾਂ ਪੜ੍ਹਾਇਆ, ਸਾਡੇ ਵਿਦਿਆਰਥੀ ਕਮਜ਼ੋਰ ਨਿਕਲੇ। ਸੋ ਇਹ ਖਾਸ ਅਪਡੇਟ ਜੋ ਵੱਖ-ਵੱਖਰੀਆਂ ਸੂਬਿਆਂ ਤੋਂ ਸੀ, ਪੰਜਾਬ ਦੇ ਨਾਲ, ਪੰਜਾਬ ਦੀ ਸਿਆਸਤ ਦੇ ਨਾਲ ਸੰਬੰਧਿਤ ਸੀ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਅੱਜ ਦੇ ਦਿਨ ਭਰ ਦੇ ਵਿੱਚ ਵੀ ਜੋ ਕੁਝ ਖਾਸ ਰਹੇਗਾ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਵਾਂਗੇ। ਤੇ ਅੱਜ ਜਿਹੜੀ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਸੁਣਵਾਈ ਹੈ, ਉਸ ਨੂੰ ਜ਼ਮਾਨਤ ਤੇ ਲੈ ਕੇ ਫਿਰ ਗੱਲਬਾਤ ਜਿਹੜੀ ਹੋਣੀ, ਕਿਉਂਕਿ ਉਹਦਾ ਜਿਹੜਾ ਰਿਮਾਂਡ ਉਹ ਜ਼ਰੂਰ ਕੋਰਟ ਦੇ ਵੱਲੋਂ ਕੈਂਸਲ ਕਰ ਦਿੱਤਾ ਗਿਆ ਸੀ। ਰਿਮਾਂਡ ਜਿਹੜਾ ਨਹੀਂ ਸੀ ਮਿਲਿਆ, ਉਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ। ਕੀ ਅਪਡੇਟ ਰਹੇਗੀ ਉਹ ਵੀ ਤੁਹਾਡੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਸਾਂਝੇ ਕਰਾਂਗੇ। ਫਿਲਹਾਲ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।